जय मसीह दी भैनों ते भरावो, गॉड ब्लेस यू। प्रभु तुहानू सब नू बहुत बरकत देवे। God bless you, everyone. May God bless you almightily. ਆਪਾਂ ਅੱਜ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਤੇ ਦੁਆ ਕਰਾਂਗੇ ਕਿ ਪਰਮੇਸ਼ਰ ਅੱਜ ਆਪਣੇ ਵਚਨ ਨੂੰ ਬਰਕਤ ਦੇਵੇ। And today we're going to go into the Word of God and we're going to pray so God will bless His Word. ਪ੍ਰਭੂ ਦੇ ਭੈਣੋ, ਅੱਜ ਦਾ ਜਿਹੜਾ ਵਚਨ ਹੈਗਾ ਥੋੜਾ ਜ਼ਿਆਦਾ ਗਹਿਰਾ ਹੋਵੇਗਾ। ਸੋ ਮੈਂ ਰਿਕੁਐਸਟ ਕਰਾਂਗਾ ਤੁਹਾਨੂੰ ਤੁਸੀਂ ਆਪਣਾ ਪੂਰਾ ਧਿਆਨ ਜਿਹੜਾ ਹੈਗਾ ਆ ਅੱਜ ਦੇ ਵਚਨ ਤੇ ਲਾ ਸਕੋ ਤਾਂ ਕਿ ਪ੍ਰਭੂ ਦਾ ਵਚਨ ਜਿਹੜਾ ਹੈ ਸਿੱਧਾ ਆਪਣੇ ਦਿਲਾਂ ਦੇ ਵਿੱਚ ਕੰਮ ਕਰ ਸਕੇ। And today's word, brothers and sisters, is going to be very deep. So I request you to have full focus on it so the word can start working in our hearts. ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਕੁਝ ਦੇਖਣ ਜਾ ਰਹੇ ਹਾਂ। And today from the word of God, we're about to see something from the book of Revelations. ਵਾਕਈ ਇਹਨੂੰ ਪ੍ਰਕਾਸ਼ ਦੀ ਪੋਥੀ ਕਿਹਾ ਗਿਆ ਹੈ। And truly it's known as a book of Revelations. ਇੰਗਲਿਸ਼ ਦੇ ਵਿੱਚ ਇਹਨੂੰ ਰੈਵਲੇਸ਼ਨ ਦੀ ਬੁੱਕ ਕਿਹਾ ਜਾਂਦਾ ਹੈ। And as you know, in English it's called Book of Revelations. ਜਾਣੀ ਕਿ ਇੱਕੋ ਹੀ ਕਿਤਾਬ ਆ ਬਾਈਬਲ ਦੇ ਵਿੱਚ ਜਿਹਦਾ ਨਾਮ ਰੈਵਲੇਸ਼ਨ ਲਿਖਿਆ ਗਿਆ ਆ। And there's only one book in the Bible that is actually Revelations. ਜੇ ਦੇਖਿਆ ਜਾਵੇ ਕਈ ਲੋਕ ਸਵਾਲ ਕਰਦੇ ਹੈਗੇ ਨੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਪੁੱਛਦੇ ਨੇ ਪਾਸਟਰ ਜੀ ਬਾਈਬਲ ਦੀ ਸਭ ਤੋਂ ਸੌਖੀ ਕਿਤਾਬ ਕਿਹੜੀ ਹੈ, ਬਾਈਬਲ ਦੀ ਸਭ ਤੋਂ ਔਖੀ ਕਿਤਾਬ ਕਿਹੜੀ ਹੈ। ਤੁਹਾਨੂੰ ਪਤਾ ਕਿ ਜਿਹੜੀ ਬਾਈਬਲ ਦੀ ਬੁੱਕ ਆਫ ਰੈਵਲੇਸ਼ਨ ਆ ਇਹ ਸਭ ਤੋਂ ਸੌਖੀ ਹੈ। And some brothers and sisters actually ask me, they say, oh, which book is the easiest in the Bible and which book is the hardest in the Bible? Do you know actually the book of Revelations is the easiest book of the Bible? ਉਹਦਾ ਕਾਰਨ ਇਹ ਹੈਗਾ ਆ ਕਿਉਂਕਿ ਇਹ ਇੱਕੋ ਹੀ ਕਿਤਾਬ ਆ ਜਿਹੜੀ ਰਿਵੀਲ ਕੀਤੀ ਗਈ ਆ, ਲਿਖੀ ਗਈ ਹੈ ਰਿਵੀਲ ਕਰਕੇ। And the reason behind it is that this is the only book that has been revealed. ਬਾਈਬਲ ਦੇ ਵਿੱਚ ਜਿੰਨੀਆਂ ਵੀ ਹੋਰ ਕਿਤਾਬਾਂ ਹੈਗੀਆਂ ਨੇ ਪੁਰਾਣੇ ਨੇਮ ਦੇ ਵਿੱਚ, ਨਵੇਂ ਨੇਮ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਗੁਪਤ ਰੱਖੀਆਂ ਜਾਂਦੀਆਂ ਸੀਗੀਆਂ, ਉਹ ਸੀਲਡ ਹੁੰਦੀਆਂ ਸੀਗੀਆਂ। And a lot of books in the Bible, in the New Testament, Old Testament, they were kept secret, they were sealed. ਜਦੋਂ ਯਹੋਨਾ ਨੂੰ ਇਸ ਕਿਤਾਬ ਦੇ ਬਾਰੇ ਤੇ ਇਸ ਬੁੱਕ ਆਫ ਰੈਵਲੇਸ਼ਨ ਦੇ ਬਾਰੇ ਕਿਹਾ ਗਿਆ, ਲਿਖਣ ਨੂੰ ਕਿਹਾ ਗਿਆ, ਆਖਿਰ ਦੇ ਵਿੱਚ ਜਾ ਕੇ ਇਹ ਜਿਹੜਾ ਦੂਤ ਸੀਗਾ ਉਹ ਕਹਿੰਦਾ ਆ ਯਹੋਨਾ ਨੂੰ ਬਈ ਇਸ ਬੁੱਕ ਨੂੰ ਸੀਲ ਨਾ ਕਰ, ਇਹਨੂੰ ਮੋਹਰ ਨਾਲ ਬੰਦ ਨਾ ਕਰ, ਗੁਪਤ ਨਾ ਬਣਾ, ਇਹਨੂੰ ਖੁੱਲੀ ਰਹਿਣ ਦੇ। And when John was asked to write this book, at the end of the book, the Revelation, the angel says to John to leave this book open, don't seal it. ਸੋ ਪ੍ਰਭੂ ਦੇ ਪੁਣੇ ਇਸ ਕਿਤਾਬ ਦੇ ਵਿੱਚ 7 ਨੰਬਰ ਬਾਰ-ਬਾਰ ਆਉਂਦਾ ਆ। And brothers and sisters, in this book, we will see the number 7 again and again. 7 ਨੰਬਰ ਜਿਹੜਾ ਉਹ ਪਰਫੈਕਸ਼ਨ ਦਾ ਨੰਬਰ ਆ। ਇਹਦਾ ਮਤਲਬ ਆ ਕਿ ਜਿਹੜਾ ਭਵਿੱਖ ਹੈਗਾ ਆ ਆਪਣਾ ਉਹ ਬਹੁਤ ਹੀ ਪਰਫੈਕਟ ਹੈ। And the number 7 represents perfection. That means our future is perfect. ਇਹ ਕਿਤਾਬ ਦੇ ਵਿੱਚ ਸਿਰਫ 7 ਚੈਪਟਰ ਨੇ। And there are only 7 chapters here in this book. ਹੁਣ ਤੁਸੀਂ ਕਹੋਗੇ ਬਸ ਇਹ ਕਿੱਦਾਂ ਹੋ ਸਕਦਾ ਹੈ ਰੈਵਲੇਸ਼ਨ ਦੀ ਬੁੱਕ ਦੇ ਵਿੱਚ ਤਾਂ 22 ਚੈਪਟਰ ਨੇ। And you will say, well, Pastor Ji, actually there's 22 chapters in the book of Revelations. ਲੇਕਿਨ ਨਹੀਂ, ਇਹ ਜੇ ਤੁਸੀਂ ਦੇਖੋ ਧਿਆਨ ਦੇ ਨਾਲ ਇਹ ਸਾਰੀ ਦੀ ਸਾਰੀ ਜਿਹੜੀ ਰੈਵਲੇਸ਼ਨ ਦੀ ਬੁੱਕ ਹੈਗੀ ਆ, ਪ੍ਰਕਾਸ਼ ਦੀ ਪੋਥੀ ਆ, ਭਾਵੇਂ ਦੇ 22 ਚੈਪਟਰ ਨੇ, ਇਹ 7 ਚੈਪਟਰਸ ਦੇ ਵਿੱਚ ਡਿਵਾਈਡ ਕੀਤੀ ਜਾ ਸਕਦੀ ਹੈ। And if you actually carefully see this, that this book can be easily divided into 7 different portions. ਤੇ 7 ਭਾਗਾਂ ਦੇ ਵਿੱਚ 7 ਗੱਲਾਂ ਲਿਖੀਆਂ ਗਈਆਂ। And in all those 7 portions, there are 7 different divisions and 7 things written in each portion. ਪਹਿਲਾ ਜਦੋਂ ਸ਼ੁਰੂ ਹੁੰਦਾ ਪਹਿਲੇ, ਦੂਸਰੇ, ਤੀਸਰੇ ਚੈਪਟਰ ਦੇ ਵਿੱਚ 7 ਇਕਲੇਸੀਆਂ ਦੀ ਗੱਲ ਹੁੰਦੀ ਆ। And when it starts, it talks about 7 churches. ਉਹ ਤੋਂ ਬਾਅਦ ਗਾਹਾਂ ਜਾ ਕੇ ਬਾਈਬਲ ਦੱਸਦੀ ਹੈਗੀ ਆ ਕਿ ਇਹ ਜਿਹੜੇ 7 ਇਕਲੇਸੀਆ ਹੈਗੇ ਨੇ, 7 ਮੈਸੇजेस ਹੈਗੇ ਨੇ ਪਰਮੇਸ਼ਰ ਦੇ ਲੋਕਾਂ ਦੇ ਵਾਸਤੇ। And after that, it tells that through that 7 churches, there again comes 7 messages that they are for the people of God. ਸੋ ਗਾਹਾਂ ਜਾ ਕੇ ਚੈਪਟਰ 6 ਤੋਂ ਲੈ ਕੇ 8ਵੇਂ ਚੈਪਟਰ ਤੱਕ ਇਹਦੇ ਵਿੱਚ 7 ਮੋਹਰਾਂ ਦੀ ਗੱਲ ਹੁੰਦੀ ਹੈ। ਇੱਕ ਮੋਹਰ ਖੋਲੀ ਜਾਂਦੀ ਹੈ ਤੇ ਹਰ ਇੱਕ ਮੋਹਰ ਜਿਹੜੀ ਹੈ ਉਹ ਜਜਮੈਂਟ ਲੈ ਕੇ ਧਰਤੀ ਤੇ ਆਉਂਦੀ ਹੈ।
And after that, you will see in chapter 6 and 8, there are 7 seals that it talks about that brings judgment on this earth. ਤੇ ਉਹ ਤੋਂ ਬਾਅਦ 8ਵੇਂ ਚੈਪਟਰ ਤੋਂ ਲੈ ਕੇ 11ਵੇਂ ਚੈਪਟਰ ਵਿੱਚ 7 ਤੁਰੀਆਂ ਦੀ ਗੱਲ ਹੁੰਦੀ ਹੈ 7 ਤੁਰੀਆਂ ਜਿਹੜੀਆਂ ਨੇ ਫੂਕੀਆਂ ਜਾਂਦੀਆਂ 7 ਟਰੰਪਟ ਜਿਹਨੂੰ ਕਹਿ ਸਕਦੇ ਹੈਗੇ ਆਪਾਂ And in chapter 8 to 11, you will see that there are 7 trumpets that have been blown. ਇਹਨਾਂ 7 ਤੁਰੀਆਂ ਦੇ ਵਿੱਚ ਹੋਰ ਵੀ ਜ਼ਿਆਦਾ ਭਿਅੰਕਰ ਸ਼ਰਾਫ ਕਹਿ ਲਓ ਇਸ ਧਰਤੀ ਤੇ ਡਿੱਗਦੇ ਨੇ And after that, we see that in these 7 trumpets, when they are being blown, there are a lot of curses that come on this earth. ਉਹ ਤੋਂ ਬਾਅਦ ਪ੍ਰਭੂ ਨੂੰ 12ਵੇਂ ਚੈਪਟਰ ਤੋਂ ਲੈ ਕੇ 13ਵੇਂ ਚੈਪਟਰ ਦੇ ਐਂਡ ਤੱਕ ਜਾ ਕੇ ਇਹਦੇ ਵਿੱਚ 7 ਹਸਤੀਆਂ ਦੀ ਗੱਲ ਹੁੰਦੀ ਆ 7 ਪਰਸਨਸ ਕਹਿ ਸਕਦੇ ਹੈਗੇ ਆਪਾਂ And after that, we'll see from chapter 12 to 13 that it talks about 7 people in the Bible. ਤੇ ਉਹ 7 ਹਸਤੀਆਂ ਤੋਂ ਬਾਅਦ ਪ੍ਰਭੂ ਆਪਣਾ 16ਵੇਂ ਚੈਪਟਰ ਤੋਂ ਲੈ ਕੇ ਤਕਰੀਬਨ 21ਵੇਂ ਚੈਪਟਰ ਤੱਕ ਇਹਨਾਂ ਸਾਰੇ ਚੈਪਟਰ ਦੇ ਵਿੱਚ 7 ਕਟੋਰੇ ਜਿਹੜੇ ਬਹੁਤ ਹੀ ਜ਼ਿਆਦਾ ਭਿਅੰਕਰ ਕਹਿ ਲਓ ਕਿ ਮਾਰ ਭੇਜਦੇ ਨੇ 7 ਸਾਲਾਂ ਦੇ ਦੂਸਰੇ ਭਾਗ ਨੂੰ ਯਾਨੀ ਕਿ 3.5 ਸਾਲ ਜਿਹੜੇ 7 ਸਾਲਾਂ ਦੇ ਹੋਣਗੇ ਉਹਦੇ 3.5 ਸਾਲ ਦੇ ਵਿੱਚ ਇਹ ਪਿਆਲੇ ਜਿਹੜੇ ਨੇ ਖੁੱਲ੍ਹਦੇ ਨੇ ਕਟੋਰੇ ਖੁੱਲ੍ਹਦੇ ਨੇ ਜਜਮੈਂਟ ਲੈ ਕੇ ਆਉਂਦੇ ਨੇ ਇਸ ਧਰਤੀ ਤੇ And we will see in the chapter 16 to 21, we see 7 bowls that of God's wrath, that we will see that the second part of those 7 years that God's wrath comes upon this earth. 21ਵੇਂ ਚੈਪਟਰ ਦੇ ਵਿੱਚ ਇਹ 7 ਨੋ ਮੋਰਸ 7 ਉਹ ਚੀਜ਼ਾਂ ਜਿਹੜੀਆਂ ਹੈ ਨਹੀਂ ਗੀਆਂ 7 ਹੈ ਨਹੀਂ ਗੀਆਂ ਦੀ ਗੱਲ ਹੁੰਦੀ ਹੈ And in chapter 21, we see those things that they are not there anymore. So those 7 things they talk about. ਇਹਨਾਂ ਚੈਪਟਰ ਦੇ ਵਿੱਚ ਜਿਹੜੇ 7 ਚੀਜ਼ਾਂ ਹੈ ਨਹੀਂ ਗੀਆਂ ਯਾਨੀ ਕਿ ਉਸ ਨਵੇਂ ਸਵਰਗ ਦੇ ਵਿੱਚ 7 ਚੀਜ਼ਾਂ ਨਹੀਂ ਹੋਣਗੀਆਂ ਜਿੱਦਾਂ ਤੁਸੀਂ ਲਾ ਲਓ ਬਈ ਉੱਥੇ ਅੰਦਰੂਨੀ ਹੋਣਗੇ So in that chapter, what we are talking about, there are no more. So those 7 things are absent in that time. So for example, that tears won't be there. ਉਸ ਨਵੇਂ ਸਵਰਗ ਦੇ ਵਿੱਚ ਉਸ ਨਵੀਂ ਧਰਤੀ ਤੇ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਉੱਥੇ ਰੋਣਾ ਧੋਣਾ ਨਹੀਂ ਹੋਵੇਗਾ And in new heavens where we are going to all go, there will be no crying. ਉੱਥੇ ਮੌਤ ਨਹੀਂ ਹੋਵੇਗੀ There will be no death. ਉੱਥੇ ਕਹਿ ਲਓ ਕਿ ਦਰਦ ਨਹੀਂ ਹੋਏਗਾ ਸੋਰਸ ਨਹੀਂ ਹੋਣਗੀਆਂ ਫਿਕਰ ਨਹੀਂ ਹੋਣਗੀਆਂ ਪਰੇਸ਼ਾਨੀਆਂ ਨਹੀਂ ਹੋਣਗੀਆਂ There will be no pains, no worries. ਉੱਥੇ ਕੋਈ ਵੀ ਸਰੀਰਕ ਪੇਨ ਨਹੀਂ ਹੋਏਗਾ There will be no physical pain there. ਨਾ ਹੀ ਉੱਥੇ ਕੋਈ ਮੰਦਿਰ ਹੋਵੇਗਾ And there will be no temple ਕਿਉਂਕਿ there. ਰੱਬ ਖੁਦ ਮੰਦਿਰ ਹੋਵੇਗਾ Because God is temple himself there. ਉੱਥੇ ਨਾ ਹੀ ਕੋਈ ਲੈਂਪ ਹੋਵੇਗਾ ਕੋਈ ਦੀਵਾ ਨਹੀਂ ਹੋਵੇਗਾ There will be no lamp present at ਕਿਉਂਕਿ that place. ਚਾਨਣ ਰੱਬ ਦੀ ਹਜ਼ੂਰੀ ਵੱਲੋਂ ਹੀ ਆਵੇਗਾ Because God's presence's light will be enough. ਉੱਥੇ ਨਾ ਹੀ ਕੋਈ ਸ਼ਰਾਫ ਹੋਵੇਗਾ And there will be no curse in that place. ਸੋ ਇਹਦੀ ਸਟੱਡੀ ਆਪਾਂ ਬਾਅਦ ਚ ਕਰਾਂਗੇ And we will study about all these things after. ਇਹ 6ਵਾਂ ਭਾਗ ਹੈਗਾ ਜਿਹਦੇ ਵਿੱਚ ਆਪਾਂ ਨੂੰ 7 ਹੈਨੀ ਦੀ ਦੁਆਰੇ ਦੱਸਿਆ ਗਿਆ ਹੈ And this is the 6th part of that being told of the things that will be absent in the new heaven. ਆਖਿਰ ਦੇ ਵਿੱਚ ਜਾ ਕੇ 7 ਨਵੀਆਂ ਚੀਜ਼ਾਂ 22ਵੇਂ ਚੈਪਟਰ ਦੇ ਵਿੱਚ ਨਜ਼ਰ ਆਉਂਦੀਆਂ ਨੇ ਆਪਾਂ ਨੂੰ And in chapter 22, we see those 7 new things that will be there. ਜਿਹਦੇ ਵਿੱਚ ਨਵਾਂ ਸਵਰਗ There will be new heaven, ਨਵੀਂ ਧਰਤੀ new earth, ਨਵਾਂ ਜਰੂਸਲਮ new Jerusalem, ਨਵਾਂ ਗੀਤ new song, ਨਵਾਂ ਨਾਮ new name, ਨਵਾਂ ਦਰਿਆ a new river, ਤੇ ਨਵਾਂ ਜ਼ਿੰਦਗੀ ਦਾ ਰੁੱਖ and the tree of life, new tree of life will be there. ਸੋ ਪਹਿਲੇ ਨੰਬਰ ਤੇ ਆਪਾਂ 7 ਕਲੀਸਿਆ ਦੇਖੇ And first of all, we saw 7 churches. ਫਿਰ 7 ਮੋਹਰਾਂ ਦੇਖੀਆਂ Then we saw 7 seals. ਫਿਰ 7 ਤੁਰੀਆਂ ਦੇਖੀਆਂ And then we saw 7 trumpets. ਫਿਰ 7 ਪਰਸਨੇਜ ਦੇਖੇ ਯਾਨੀ ਕਿ 7 ਹਸਤੀਆਂ ਦੇਖੀਆਂ And then we saw like 7 people. ਫਿਰ 7 ਕਟੋਰੇ ਦੇਖੇ Then we saw 7 bowls. ਫਿਰ 7 ਹੈਨੀ ਦੇਖੇ And then we saw 7 things that won't be present there. ਫਿਰ 7 ਨਵੀਆਂ ਚੀਜ਼ਾਂ ਦੇਖੀਆਂ Then we saw 7 new things. ਇਹ 7 ਭਾਗ ਨੇ ਸਾਰੀ ਬੁੱਕ ਆਫ ਰੈਵਲੇਸ਼ਨ ਦੇ And these are the 7 portions divided into the book of Revelation. ਲੇਕਿਨ ਅੱਜ ਆਪਾਂ ਜਿਹੜਾ ਚੌਥਾ ਭਾਗ ਆ ਉਹਦੇ ਵਿੱਚ ਜਾ ਰਹੇ ਆ And today we're going to look into the 4th portion of these 7 things. ਇਹਦੇ ਵਿੱਚ ਜਿਹੜੀਆਂ 7 ਹਸਤੀਆਂ ਨੇ ਜਾਂ 7 ਪਰਸਨੇਜ ਜਿਹੜੇ ਨਜ਼ਰ ਆਉਂਦੇ ਨੇ ਆਪਾਂ ਨੂੰ ਇਹ 7 ਹਸਤੀਆਂ
ਦੇ ਵਿੱਚ ਜਾ ਕੇ ਆਪਾਂ ਇੱਕ ਹਸਤੀ ਦੀ ਸਟੱਡੀ ਕਰਾਂਗੇ And we will go into these 7 people that we talked about. We're going to talk about one person out of all those people. ਪਹਿਲੇ ਨੰਬਰ ਤੇ ਇੱਕ ਪਹਿਲੀ ਹਸਤੀ ਆ ਉਹ ਇੱਕ ਔਰਤ ਆ And the first person is a woman. ਦੂਸਰੀ ਹਸਤੀ ਜਿਹੜੀ ਇਹਦੇ ਵਿੱਚ ਨਜ਼ਰ ਆਉਂਦੀ ਹੈ ਉਹ ਇੱਕ ਅਜਗਰ ਆ And the second one is a snake. ਜਾਂ ਡਰੈਗਨ ਵੀ ਕਹਿ ਸਕਦੇ Or a dragon, we can call it. ਤੀਸਰੇ ਨੰਬਰ ਤੇ ਇੱਕ ਬੱਚਾ ਆ ਜਿਹੜਾ ਮੁੰਡਾ ਹੈ ਇੱਕ And number 3 is a small child, that's a male child. ਚੌਥੇ ਨੰਬਰ ਤੇ ਆਪਾਂ ਨੂੰ ਇੱਥੇ ਆਰਕੇਂਜਲ ਮਾਈਕਲ ਨਜ਼ਰ ਆਉਂਦਾ ਹੈ And number 4 we see the archangel Michael. ਪੰਜਵੇਂ ਨੰਬਰ ਤੇ ਆਪਾਂ ਨੂੰ ਉਹ ਲੋਕ ਨਜ਼ਰ ਆਉਂਦੇ ਨੇ ਜਿਹੜੇ ਬਚਾਏ ਜਾਂਦੇ ਨੇ ਇਸ ਜਗ੍ਹਾ ਤੋਂ And number 5 we see those people who are being saved from there. ਛੇਵੇਂ ਨੰਬਰ ਤੇ ਆਪਾਂ ਨੂੰ ਨਜ਼ਰ ਆਉਂਦਾ ਹੈ ਕਿ ਸਮੁੰਦਰ ਦੇ ਵਿੱਚੋਂ ਇੱਕ ਹਸਤੀ ਨਿਕਲਦੀ ਹੈ ਇੱਕ ਬੀਸਟ ਨਿਕਲਦੀ ਹੈ And number 6 we see a person that comes out of the ocean. ਉਹ ਇੱਕ ਬੀਸਟ ਹੈ It's a beast that coming out of the ocean. ਸੱਤਵੇਂ ਨੰਬਰ ਤੇ ਇੱਕ ਧਰਤੀ ਤੋਂ ਵੀ ਬੀਸਟ ਨਿਕਲਦਾ ਨਜ਼ਰ ਆਉਂਦਾ ਹੈ And number 7 we also see a beast coming from the earth. ਹੁਣ ਇਹਨਾਂ 7 ਹਸਤੀਆਂ ਦੇ ਵਿੱਚ ਜਿਹੜੀ ਤੀਸਰੀ ਹਸਤੀ ਆ And from these 7 people, the third person that we see, ਉਹ ਇੱਕ ਬੱਚਾ ਹੈ it's a child, a male child, ਜਿਹੜਾ ਔਰਤ ਤੋਂ ਜਨਮ ਲੈਂਦਾ ਹੈ that has taken birth from a woman. ਲੇਕਿਨ ਇਹ ਅਜਗਰ ਉਹਨੂੰ ਖਾਣ ਦੀ ਕੋਸ਼ਿਸ਼ ਕਰਦਾ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਬੱਚਾ ਆ ਇਹ ਚੱਕਿਆ ਜਾਂਦਾ ਆ And the serpent tries to eat him, and then this child is being lifted up. ਸੋ ਆਓ ਆਪਾਂ ਇਸ ਸਟੱਡੀ ਦੇ ਵਿੱਚ ਥੋੜਾ ਜਿਹਾ ਹੋਰ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰੀਏ ਤੇ ਪਰਮੇਸ਼ਰ ਦਾ ਵਚਨ ਖੋਲਾਂਗੇ ਤੇ ਪੜਾਂਗੇ ਆਪਾਂ ਰੈਵਲੇਸ਼ਨ ਚੈਪਟਰ 14 ਦੇ ਵਿੱਚ ਜਾਵਾਂਗੇ And then we're going to go in the depth of the Word of God, and we're going to open the book of Revelations, chapter 14. ਉਹਦੇ ਪਹਿਲੇ 5 ਵਰਸ ਪੜਾਂਗੇ ਆਪਾਂ And we're going to read the first 5 verses. ਹੁਣ ਮੈਂ ਜਦ ਦੱਸਣਾ ਚਾਹਨਾ ਹੈਗਾ ਤੁਹਾਨੂੰ ਕਿ ਪ੍ਰਭੂ ਦੇ ਵੱਲੋਂ ਇਹ 14ਵਾਂ ਜਿਹੜਾ ਚੈਪਟਰ ਹੈਗਾ ਆ ਤੁਸੀਂ ਲਾ ਲਓ ਵੀ 14 ਤੇ 15ਵਾਂ ਜਿਹੜਾ ਚੈਪਟਰ ਹੈਗਾ ਆ ਇਹ ਬ੍ਰੈਕਟਸ ਦੇ ਵਿੱਚ ਆ And I want to tell you that the 14th and 15th chapters, we kind of say that it's in the brackets. ਯਾਨੀ ਕਿ 13ਵਾਂ ਚੈਪਟਰ ਸੀਗਾ ਉਸ 13ਵੇਂ ਚੈਪਟਰ ਦੇ ਵਿੱਚ 13 ਨੰਬਰ ਜਿਹੜਾ ਹੈਗਾ ਆ ਉਹ ਅਕਸਰ ਜਿਹੜਾ ਆ ਸ਼ੈਤਾਨੀ ਨੰਬਰ ਹੈਗਾ ਆ ਸੋ ਜਿਹੜਾ 13 ਨੰਬਰ ਹੈਗਾ ਉਹਦੇ ਵਿੱਚ ਜੋ ਵੀ ਐਂਟੀ ਕ੍ਰਾਈਸਟ ਨੇ ਇਸ ਧਰਤੀ ਤੇ ਕੀਤਾ ਉਹਦੀ ਗੱਲਬਾਤ ਹੋ ਰਹੀ ਆ ਲੇਕਿਨ 14 ਤੇ 15 ਇੱਕ ਪੈਰੈਂਥੇਸਿਸ ਆ ਗਿਆ ਹੈਗਾ ਜਿਹਦੇ ਵਿੱਚ ਆਪਾਂ ਨੂੰ ਸਵਰਗ ਦਾ ਨਜ਼ਾਰਾ ਦਿਖਾਇਆ ਜਾ ਰਿਹਾ ਥੋੜਾ ਵੀ ਕੀ ਹੋ ਰਿਹਾ ਹੈ ਰੂਹਾਨੀ ਤੌਰ ਤੇ And in chapter 13 it's practically talking about the antichrist when it comes and all that, but in chapter 14 and 15 we see it's giving us a glimpse of heaven, that what's happening there. ਸੋ ਆਓ ਦੇਖੀਏ ਧਿਆਨ ਦੇਣਾ ਪੜਾਂਗੇ ਆਪਾਂ ਰੈਵਲੇਸ਼ਨ ਚੈਪਟਰ 14 ਵਰਸ 1 to 5 ਪੰਜਾਬੀ ਦੇ ਵਿੱਚ ਦੇਖੀਏ ਆਓ We're going to read book of Revelations chapter 14 1 to 5. ਜੀ ਹਾਂ ਇਸ ਦੇ ਪਿੱਛੋਂ ਮੈਂ ਦੇਖਿਆ ਕਿ ਮੇਮਨਾ ਸਿਯੋਨ ਪਰਬਤ ਤੇ ਖੜਾ ਹੈ ਅਤੇ ਉਸ ਦੇ ਨਾਲ 1,44,000 ਉਹ ਲੋਕ ਵੀ ਖੜੇ ਹਨ ਜਿਨ੍ਹਾਂ ਦੇ ਮੱਥਿਆਂ ਤੇ ਮੇਮਨੇ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ ਤਦ ਮੈਂ ਸਵਰਗ ਤੋਂ ਇੱਕ ਆਵਾਜ਼ ਸੁਣੀ ਜੋ ਬਹੁਤ ਸਾਰੇ ਪ੍ਰਾਣੀਆਂ ਦੀ ਆਵਾਜ਼ ਵਰਗੀ ਸੀ ਅਤੇ ਇਸ ਦੇ ਨਾਲ ਜ਼ੋਰਦਾਰ ਗਰਜਨ ਦੀ ਆਵਾਜ਼ ਵੀ ਸੁਣੀ ਉਹ ਆਵਾਜ਼ ਜੋ ਮੈਂ ਸੁਣੀ ਇਸ ਤਰ੍ਹਾਂ ਦੀ ਸੀ ਜਿਵੇਂ ਕੋਈ ਮਨੁੱਖ ਸਤਾਰ ਵਰਗਾ ਸਾਜ਼ ਵਜਾਉਂਦਾ ਹੋਵੇ ਉਹ ਇੱਕ ਨਵਾਂ ਹੀ ਭਜਨ ਤਖਤ ਚਾਰਾਂ ਜਾਨਦਾਰਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਗਾ ਰਹੇ ਸਨ ਕੋਈ ਦੂਜਾ ਮਨੁੱਖ ਉਸ ਗੀਤ ਨੂੰ ਨਹੀਂ ਸਿੱਖ ਸਕਦਾ ਸੀ ਉਸ ਨੂੰ ਕੇਵਲ ਉਹ 1,44,000 ਹੀ ਸਿੱਖ ਸਕਦੇ ਸਨ ਜੋ ਸਾਰੇ ਸੰਸਾਰ ਵਿੱਚੋਂ ਮੁੱਲ ਦੇ ਕੇ ਲਏ ਗਏ ਸਨ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤ ਦੇ ਨਾਲ ਭ੍ਰਿਸ਼ਟ ਨਹੀਂ ਕੀਤਾ ਹੈ ਅਰਥਾਤ ਉਹ ਕੁਆਰੇ ਹਨ ਉਹ ਕੇਵਲ ਮੇਮਣੇ ਦੇ ਹੀ ਪਿੱਛੇ ਚੱਲਣ ਵਾਲੇ ਹਨ ਭਾਵੇਂ ਉਹ ਕਿਤੇ ਵੀ ਜਾਵੇ ਉਹ ਪਰਮੇਸ਼ਰ ਅਤੇ ਮੇਮਣੇ ਦੇ ਲਈ ਪਹਿਲੇ ਫਲ ਕਰਕੇ ਬਾਕੀ ਦੇ ਲੋਕਾਂ ਵਿੱਚੋਂ ਮੁੱਲ ਦੇ ਕੇ ਲਏ ਗਏ ਹਨ ਉਹ ਨਿਹਕਲੰਕ ਹਨ ਕਿਉਂਕਿ ਉਹਨਾਂ ਦੇ ਮੂੰਹ ਵਿੱਚੋਂ ਕਦੀ ਵੀ ਝੂਠ ਨਹੀਂ ਨਿਕਲਿਆ ਹੈ ਜ਼ਬਰਦਸਤ ਸਟੱਡੀ ਹੋਵੇਗੀ ਅੱਜ ਪ੍ਰਭੂ ਦੇ ਵੱਲੋਂ ਆਪਾਂ 144,000 ਜਿਹੜੇ ਲੋਕ ਹੈਗੇ ਨੇ ਇਹਨਾਂ ਦੇ ਬਾਰੇ ਅੱਜ ਸਟੱਡੀ ਕਰਾਂਗੇ And it's going to be a very powerful study from the Word of God. Today we're going to talk about those 144,000 people. ਮੈਂ ਤੁਹਾਨੂੰ ਥੋੜਾ ਜਿਹਾ ਦੱਸਿਆ ਸੀਗਾ ਕਿ 13ਵੇਂ ਚੈਪਟਰ ਦੇ ਵਿੱਚ ਜਿਹੜਾ ਅਜ਼ਗਰ ਹੈਗਾ ਆ ਉਹ ਔਰਤ ਦੇ
ਬੱਚੇ ਨੂੰ ਖਾਣਾ ਚਾਹੁੰਦਾ ਹੈ, ਮਾਰਨਾ ਚਾਹੁੰਦਾ ਹੈ, ਲੇਕਿਨ ਉਹ ਸਵਰਗ ਨੂੰ ਚਲੇ ਜਾਂਦਾ, ਉਹਦੀ ਰੈਪਚਰ ਹੋ ਜਾਂਦੀ ਹੈ। And as I talked about it a little bit, that the serpent is trying to eat the child, but at the time he is being lifted up, the child being lifted up to heaven, so he got raptured. ਦੁਬਾਰਾ ਮੈਂ ਜ਼ਿਕਰ ਕਰਨਾ ਚਾਹੁੰਦਾ, ਜਿਹੜੀ ਪਹਿਲੀ ਔਰਤ, ਜਿਹੜੀ ਫਸਟ ਪਰਸਨ, ਪਹਿਲਾ ਪਰਸਨੈਲਿਟੀ ਜਿਹੜਾ ਆਪਾਂ ਨੂੰ ਨਜ਼ਰ ਆਉਂਦਾ ਆ, ਪਹਿਲੀ ਸ਼ਖਸੀਅਤ ਜਿਹੜੀ ਨਜ਼ਰ ਆਉਂਦੀ ਹੈ, 7 ਤੁਹਾਨੂੰ ਦੱਸੀਆਂ ਸੀਗੀਆਂ, ਉਹ ਔਰਤ ਆ। ਸੋ ਉਹ ਔਰਤ ਜਿਹੜੀ ਹੈਗੀ ਆ, ਪ੍ਰਭੂ ਦੇ ਪਹਿਲਾਂ ਉਹ ਚਰਚ ਨੂੰ ਰਿਪਰੈਜ਼ੈਂਟ ਨਹੀਂ ਕਰਦੀ, ਬਲਕਿ ਉਹ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਦੀ ਆ। ਸੋ ਇਹ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਦੀ ਆ ਔਰਤ, ਤੇ ਉਹਦਾ ਜਿਹੜਾ ਬੱਚਾ ਹੈਗਾ ਉਹ 144,000 ਜਿਹੜੇ ਯਹੂਦੀ ਨੇ ਉਸ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ ਆ, ਜਿਹੜੇ ਔਰਤ ਦਾ ਬੱਚਾ, ਲਾਈਕ ਅਜ਼ਗਰ, ਐਂਟੀ ਕ੍ਰਾਈਸਟ ਜਿਹੜਾ ਆ, ਉਹ ਡਿਸਟਰੋਏ ਕਰਨਾ ਚਾਹੁੰਦਾ ਆ ਇਹਨਾਂ ਲੋਕਾਂ ਨੂੰ, ਤੇ ਉਹ ਚੁੱਕ ਜਾਂਦੇ ਨੇ। So as I told you earlier, that first person was the woman. That woman represents the Israel, and so 144,000 people are those Jew people that were at the time, they're like the children of that woman. ਅਜ਼ਗਰ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦਾ ਹੈ, And the serpent wants to destroy them. ਇਹਨਾਂ ਦੀ ਰੈਪਚਰ ਹੋ ਜਾਂਦੀ ਹੈ। And then they go through the rapture at the time, so they are lifted up. ਪੋਰਸ਼ਨ ਜਿਹੜਾ ਆਪਾਂ ਪੜਿਆ ਆ, ਇਹ ਜਾ ਕੇ ਖੜਦੇ ਨੇ ਬਰਰੇ ਦੇ ਨਾਲ ਸੁਰਗ ਦੇ ਵਿੱਚ। And then the portion that we read, that these 144,000 are standing there with the Lamb. ਕਿਹੜੇ ਪਹਾੜ ਤੇ ਖੜਦੇ ਨੇ ਜਾ ਕੇ ਇਹ? Where, on which mountain are they standing on? ਜੇ ਤੁਸੀਂ ਧਿਆਨ ਨਾਲ ਦੇਖੋ, ਜਿਹੜਾ ਆਪਾਂ ਪੜ੍ਹ ਕੇ ਗਏ ਹੈਗੇ ਆ ਪਿੱਛੇ, If we carefully look at what we just ਪਹਿਲਾ read, ਵਰਸ ਦੇਖੋ, ਦੁਬਾਰਾ ਪੜਾਂਗੇ we're going to ਪੰਜਾਬੀ ਦੇ read the ਵਿੱਚ। first verse again. ਜੀ। ਇਸ ਦੇ ਪਿੱਛੋਂ ਮੈਂ ਦੇਖਿਆ ਕਿ ਮੇਮਣਾ ਸਿਯੋਨ ਪਰਬਤ ਤੇ ਖੜਾ ਹੈ, ਅਤੇ ਉਸ ਦੇ ਨਾਲ 1,44,000 ਉਹ ਲੋਕ ਵੀ ਖੜੇ ਹਨ, ਜਿਨ੍ਹਾਂ ਦੇ ਮੱਥਿਆਂ ਤੇ ਮੇਮਣੇ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ। ਹੁਣ ਇਹ ਚੱਕੇ ਗਏ ਨੇ, And these people has been lifted up, ਹੁਣ ਇਹ ਖੜੇ ਨੇ ਸਿਯੋਨ ਪਰਬਤ ਤੇ। and they are now standing on the Mount Zion. ਹੁਣ ਜੇ ਦੇਖਿਆ ਜਾਵੇ ਧਿਆਨ ਦੇ ਨਾਲ, ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜਾ ਮਾਊਂਟ ਜ਼ਾਇਨ ਆ, ਤੁਹਾਨੂੰ ਪਤਾ ਵੀ ਸਵਰਗ ਦੇ ਵਿੱਚ ਵੀ ਮਾਊਂਟ ਜ਼ਾਇਨ ਆ, And do you know that in heaven there's the Mount Zion as well? ਧਰਤੀ ਤੇ ਵੀ ਇੱਕ ਮਾਊਂਟ ਜ਼ਾਇਨ ਆ। And on this earth there's the Mount ਹੁਣ Zion. ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਧਰਤੀ ਤੇ ਮਾਊਂਟ ਜ਼ਾਇਨ ਆ, ਉਹ ਕਿੱਥੇ ਆ? And you probably know, where is this Mount Zion on this earth? ਉਹ ਜਰੂਸਲਮ ਦੇ ਵਿੱਚ ਆ। It is in Jerusalem. ਜੇ ਧਰਤੀ ਤੇ ਮਾਊਂਟ ਜ਼ਾਇਨ ਆ, ਜਰੂਸਲਮ ਦੇ ਵਿੱਚ, ਇਹਦਾ ਮਤਲਬ ਸਵਰਗ ਦੇ ਵਿੱਚ ਵੀ ਇੱਕ ਜਰੂਸਲਮ ਆ, ਉੱਥੇ ਵੀ ਇੱਕ ਮਾਊਂਟ ਜ਼ਾਇਨ ਆ। And if the Mount Zion here on this earth is in Jerusalem, that means that in heaven, Mount Zion is in the Jerusalem of heaven. ਜੇ ਪੜਾਂਗੇ ਆਪਾਂ, ਕਿਉਂਕਿ ਪਰਮੇਸ਼ਰ ਦਾ ਵਚਨ ਤੁਹਾਨੂੰ ਯਾਦ ਹੈ ਪ੍ਰਭੂ ਤੇ ਪਹਿਲਾਂ, ਕਿ ਜਦੋਂ ਵਚਨ ਆਖਦਾ ਆ ਪਰਮੇਸ਼ਰ ਦਾ, ਕਿ ਜਦੋਂ ਆਪਾਂ ਸਾਰਿਆਂ ਨੇ ਚੱਕੇ ਜਾਣਾ ਹੈਗਾ ਆ, ਆਪਾਂ ਵੀ ਜਾ ਕੇ ਸਵਰਗ ਦੇ ਵਿੱਚ ਉੱਥੇ ਹੀ ਖੜਨਾ ਆ, ਬਲਕਿ ਜਦੋਂ ਸੈਕੰਡ ਕਮਿੰਗ ਹੋਵੇਗੀ, ਉਦੋਂ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਧਰਤੀ ਤੇ ਆਣਾ ਹੈ, ਆਪਾਂ ਸਾਰਿਆਂ ਨੇ ਮਾਊਂਟ ਜ਼ਾਇਨ ਤੋਂ ਹੀ ਉਡਾਰੀ ਮਾਰਨੀ ਆ ਧਰਤੀ ਤੇ ਆਉਣ ਦੇ ਵਾਸਤੇ। And we too will be standing on that Mount Zion one day when Lord Jesus will come here, and that's from Mount Zion that we will be all lifted up. ਰੋਮਨ 11 ਦੇ ਵਿੱਚ ਉਹਦਾ 26ਵਾਂ ਵਰਸ ਆਪਾਂ ਨੂੰ ਕਾਫੀ ਕਲੀਅਰ ਕਰਦਾ ਹੈਗਾ ਇਸ ਮਾਊਂਟ ਜ਼ਾਇਨ ਦੇ ਬਾਰੇ। And we're going to read book of Romans chapter 11 verse 26, so we can see it very clearly about this about the Mount Zion there. ਆਓ ਪੜਾਂਗੇ ਰੋਮਨ ਚੈਪਟਰ 11 ਵਰਸ 26। ਜੀ ਹਾਂ। Amen. ਇਸ ਤਰ੍ਹਾਂ ਸਾਰੇ ਇਜ਼ਰਾਈਲ ਕੌਮ ਨੂੰ ਮੁਕਤੀ ਮਿਲੇਗੀ। ਇਸ ਬਾਰੇ ਧਰਮ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਸਿਯੋਨ ਤੋਂ ਮੁਕਤੀ ਦਾਤਾ ਆਵੇਗਾ, ਉਹ ਯਾਕੂਬ ਦੀ ਸੰਤਾਨ ਦੀ ਸਭ ਅਪਵਿੱਤਰਤਾ ਦੂਰ ਕਰੇਗਾ। ਹੁਣ ਅਬਰਾਨੀਆਂ 12 ਦੇ ਵਿੱਚ ਵੀ ਦੇਖਾਂਗੇ। ਹੁਣ ਤੁਸੀਂ ਦੇਖੋ ਧਿਆਨ ਦੇ ਨਾਲ ਵੀ ਕਿੰਨਾ ਜ਼ਬਰਦਸਤ ਇਹ ਵਚਨ ਆ, ਕਿ ਕਲੀਅਰ ਲਿਖਿਆ ਗਿਆ ਹੈ ਕਿ ਮੁਕਤੀ ਦਾਤਾ ਸਿਯੋਨ ਤੋਂ ਆਵੇਗਾ, ਸਿਯੋਨ ਪਰਬਤ ਤੋਂ ਆਵੇਗਾ, ਯਾਨੀ ਕਿ ਸਵਰਗ ਦੇ ਵਿੱਚ ਵੀ ਇੱਕ ਸਿਯੋਨ ਪਰਬਤ ਹੈ ਜਿੱਥੋਂ ਉਹ ਆਵੇਗਾ, ਤੇ ਉਹ ਸਿਯੋਨ ਪਰਬਤ ਜਿਹੜਾ ਹੈ ਉਹ ਜਰੂਸਲਮ ਦੇ ਵਿੱਚ, ਸਵਰਗ ਦੇ ਵਿੱਚ। And it says so clear there in this verse that we read that the deliverer will come from Zion. That means in heaven there is Mount Zion as well. That's where he's going to come from. ਆਓ ਦੇਖੀਏ ਹੀਬਰੂ ਚੈਪਟਰ 12 ਵਰਸ 22 to 23। And we can also see in the book of Hebrews chapter 12 verse 22 and 23. ਜੀ ਹਾਂ।
ਪਰ ਨਹੀਂ, ਤੁਸੀਂ ਤਾਂ ਸਿਯੋਨ ਪਹਾੜ, ਜਿਉਂਦੇ ਪਰਮੇਸ਼ਰ ਦੇ ਨਗਰ, ਸਵਰਗੀ ਯਰੂਸ਼ਲਮ ਅਤੇ ਅਣਗਿਣਤ ਸਵਰਗ ਦੂਤਾਂ ਦੇ ਸਾਹਮਣੇ ਖੜੇ ਹੋ। ਆ ਦੇਖਿਆ ਤੁਸੀਂ ਧਿਆਨ ਦੇਣਾ, ਸਵਰਗ ਦੇ ਵਿੱਚ ਸਾਹਮਣੇ ਖੜੇ ਹੋ। ਜਦੋਂ ਰੈਪਚਰ ਹੋ ਜਾਏਗੀ ਆਪਣੀ, ਆਪਾਂ ਵੀ ਕਿੱਥੇ ਖੜੇ ਹੋਵਾਂਗੇ? ਸਿਯੋਨ ਪਹਾੜ ਤੇ। ਕਿੱਥੇ ਖੜੇ ਹੋਵਾਂਗੇ? ਰੂਹਾਨੀ ਜਰੂਸਲਮ ਦੇ ਵਿੱਚ। ਕਿੱਥੇ? ਸਵਰਗ ਦੇ ਵਿੱਚ ਪਰਮੇਸ਼ਰ ਦੇ ਸਾਹਮਣੇ। And see, that's what it says, that once we're gonna be taken up, rapture's gonna come, we will be standing on Mount Zion in the spiritual Jerusalem. That's where we will be standing in front of the Lord. ਹੁਣ ਪ੍ਰਭੂ ਦੇ ਭੈਣੋ, ਰੈਵਲੇਸ਼ਨ ਦੀ ਕਿਤਾਬ ਦੇ ਵਿੱਚ 27 ਵਾਰ ਬਰਰੇ ਦਾ ਨਾਮ ਆਂਦਾ ਆ, ਬਰਰੇ ਦਾ ਜ਼ਿਕਰ ਹੁੰਦਾ ਹੈ। And in the book of Revelation, 27 times we hear the word lamb. ਉਹ ਜਿੰਨੀ ਵਾਰ ਵੀ ਜ਼ਿਕਰ ਹੁੰਦਾ ਹੈ, ਉਹ ਸਵਰਗ ਦੇ ਵਿੱਚ ਜ਼ਿਕਰ ਹੁੰਦਾ ਉਹਦਾ। And any time that it's talked about lamb, it is in heaven. ਸਿਰਫ ਅਖੀਰਲੇ ਚੈਪਟਰ ਵਿੱਚ ਜਾ ਕੇ ਉਦੋਂ ਨਿਊ ਜੈਰੂਸਲਮ ਜਿਹੜਾ ਧਰਤੀ ਤੇ ਆ ਜਾਂਦਾ ਹੈ, ਤੇ ਪ੍ਰਭੂ ਯਿਸੂ ਮਸੀਹ ਉਦੋਂ ਧਰਤੀ ਤੇ ਹੁੰਦੇ ਨੇ ਉਹਦੇ ਨਾਲ ਹੀ, ਤਾਂ ਹੀ ਉਹਦੇ ਵਿੱਚ ਧਰਤੀ ਤੇ ਜ਼ਿਕਰ ਹੁੰਦਾ। ਲੇਕਿਨ ਬਰਰੇ ਦਾ ਜ਼ਿਕਰ ਉੱਥੇ ਹੀ ਹੁੰਦਾ। ਹੁਣ ਜੇ 144,000 ਜਿਹੜੇ ਯਹੂਦੀ ਨੇ ਉਹ ਪ੍ਰਭੂ ਦੇ ਨਾਲ ਜਾਂਦੇ ਨੇ, ਲਿਖਿਆ ਹੈ ਵਚਨ ਚ ਪੜ੍ਹ ਕੇ ਗਏ, ਨਾਲ ਤੁਰਦੇ ਨੇ, ਇਹਦਾ ਮਤਲਬ ਉਹ ਸਵਰਗ ਦੀ ਗੱਲ ਹੋ ਰਹੀ ਹੈ। And only the very last chapter we see that it talks about New Jerusalem that comes down here. But before that, all other times they talk about the Lamb up there in being heaven. And then 144,000 people, that what we talked about them, that is in heaven. ਇਹ ਯਹੂਦੀ ਜਿਹੜੇ ਸੀਗੇ 144,000, ਇਹ ਪਰਮੇਸ਼ਵਰ ਨੇ ਇਜ਼ਰਾਈਲ ਕੌਮ ਦੇ ਵਿੱਚੋਂ ਚੁਣੇ ਸੀਗੇ। 7 ਸਾਲਾਂ ਦੇ ਟ੍ਰਿਬੂਲੇਸ਼ਨ ਟਾਈਮ ਦੇ ਵਿੱਚ ਇਹ 144 ਪ੍ਰਚਾਰਕ, ਯਹੂਦੀ ਪ੍ਰਚਾਰਕ ਹੋਣਗੇ, ਮਸਾ ਕੀਤੇ ਹੋਏ, ਪ੍ਰੋਟੈਕਟ ਕੀਤੇ ਹੋਏ, ਇਹਨਾਂ ਤੇ ਮੋਹਰ ਲੱਗੀ ਹੋਏਗੀ। And these 144,000, there will be people picked from Israel, and those will be the ones in 7 years of tribulation. They'll be anointed preachers. They will be sealed. ਇਹ 7ਵੇਂ ਚੈਪਟਰ ਦੇ ਵਿੱਚ ਚੁਣੇ ਜਾਂਦੇ ਨੇ, ਤੇ 7ਵੇਂ ਚੈਪਟਰ ਦੇ ਵਿੱਚ 12,000 ਹਰ ਕਬੀਲੇ ਤੋਂ ਲਏ ਜਾਂਦੇ ਨੇ, ਤੇ 12,000 ਕਬੀਲਿਆਂ ਤੋਂ ਲੈ ਕੇ 7ਵੇਂ ਚੈਪਟਰ ਦੇ ਵਿੱਚ ਹੀ ਇਹਨਾਂ ਨੂੰ ਮੋਹਰਾਂ ਲਾਈਆਂ ਜਾਂਦੀਆਂ ਹੈਗੀਆਂ ਨੇ ਇਹਨਾਂ ਦੇ ਉੱਤੇ। ਤੇ 7ਵੇਂ ਚੈਪਟਰ ਤੋਂ ਲੈ ਕੇ 14ਵੇਂ ਚੈਪਟਰ ਤੱਕ ਇਹ ਆਪਣਾ ਕੰਮ ਕਰਦੇ ਨੇ, ਸੇਵਾ ਕਰਦੇ ਨੇ, ਪ੍ਰਚਾਰ ਕਰਦੇ ਨੇ, ਤੇ 14ਵੇਂ ਚੈਪਟਰ ਤੇ ਇਹਨਾਂ ਦੀ ਰੈਪਚਰ ਹੋ ਜਾਂਦੀ ਹੈ। And we see from the chapter 7th chapter to 14th chapter, they are preaching there, they are doing their work, and after the 14th chapter, they preach to they preach to 12,000 tribes, and then they get sealed. And once they are done preaching in Acts chapter 14th, they are being raptured. ਥੋੜਾ ਜਿਹਾ ਕਲੀਅਰ ਕਰਨਾ ਚਾਹਾਂਗਾ, And I want to clear it a little bit. ਹਰ ਕਬੀਲੇ ਦੇ ਵਿੱਚੋਂ 12,000 ਲਏ ਗਏ ਨੇ। From each tribe, 12,000 has been taken. ਸੋ 12 ਨੂੰ 12 ਮਲਟੀਪਲਾਈ ਕਰੇ ਤਾਂ 144,000 ਨਿਕਲੇ ਨੇ। So the 144,000, the sum comes from the 12,000 per tribe. ਹੁਣ ਇਹ ਸਾਰੀ ਦੁਨੀਆ ਨੂੰ ਪ੍ਰੀਚ ਕਰਨਗੇ। And they will be preaching to the whole world. ਉਸ ਸਮੇਂ ਕੋਈ ਹੋਰ ਪ੍ਰਚਾਰਕ ਨਹੀਂ ਹੋਏਗਾ, ਇਹੀ ਪ੍ਰਚਾਰਕ ਹੋਣਗੇ ਜਿਹੜੇ ਅਨੋਇੰਟਡ ਹੋਣਗੇ। And there will be no other preacher at that time. These will be the only anointed ਇਹ preachers. ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾਣਗੇ ਪ੍ਰਚਾਰ ਕਰਨ ਦੇ ਵਾਸਤੇ, ਤੇ ਇਹਨਾਂ ਦੇ ਬਹੁਤ ਜ਼ਬਰਦਸਤ ਅਨੋਇੰਟਿੰਗ ਹੋਏਗੀ। And they will go the last portions in every single part of the world, and they'll be fully anointed. ਲੇਕਿਨ ਅਜਗਰ ਜਿਹੜਾ ਆ, ਸ਼ੈਤਾਨ ਜਿਹੜਾ ਆ, ਐਂਟੀ ਕ੍ਰਾਈਸਟ ਜਿਹੜਾ ਆ, ਉਹਨਾਂ ਨੂੰ ਐਸਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ, ਇੰਨਾ ਤੰਗ ਕਰੇਗਾ, ਇੰਨੀ ਮੁਸੀਬਤਾਂ ਦੇਵੇਗਾ, ਲੇਕਿਨ ਇਹਨਾਂ 'ਚ ਐਸੀ ਸ਼ਕਤੀ ਹੋਏਗੀ ਸਾਰੀਆਂ ਮੁਸ਼ਕਿਲਾਂ ਨੂੰ ਸਹਿਣ ਦੀ, ਸਾਰੀਆਂ ਤਬਾਹੀਆਂ ਨੂੰ ਸਹਿਣ ਦੀ, ਸਾਰੇ ਪਰੇਸ਼ਾਨੀਆਂ ਨੂੰ ਸਹਿਣ ਦੀ, ਸਹਿ ਕੇ ਇਹ ਜਿਉਂਦੇ ਚੁੱਕੇ ਜਾਣਗੇ, ਰੈਪਚਰ ਹੋ ਜਾਏਗੀ ਇਹਨਾਂ ਦੀ। And the Antichrist and the serpent will try his best to destroy them, to put them through tribulations and troubles, but they will have supernatural power, and they will go on with power, and they will be lifted up at the rapture time, just at the time of the Lord. ਆਓ ਦੇਖੀਏ ਰੈਵਲੇਸ਼ਨ ਚੈਪਟਰ 7 ਦੇ ਵਿੱਚ ਜਦੋਂ ਇਹ ਚੁਣੇ ਗਏ ਸੀਗੇ ਤੇ ਇਹਨਾਂ ਨੂੰ ਸੀਲ ਕੀਤਾ ਗਿਆ ਸੀਗਾ, ਇਹਨਾਂ ਨੂੰ ਅਨੋਇੰਟ ਕੀਤਾ ਗਿਆ ਸੀਗਾ, ਉਹਦੇ ਬਾਰੇ ਪੜਾਂਗੇ। ਰੈਵਲੇਸ਼ਨ ਚੈਪਟਰ 7 verse 4 to 8. And we're going to read in the book of Revelations chapter 7 verses 4 to 8. ਜੀ ਹਾਂ,
ਤਦ ਮੈਂ ਇਹਨਾਂ ਸਭ ਦੀ ਗਿਣਤੀ ਸੁਣੀ ਜਿਨ੍ਹਾਂ ਦੇ ਮੋਹਰ ਲਾਈ ਗਈ ਸੀ। ਇਹ ਗਿਣਤੀ 1,44,000 ਸੀ, ਅਰਥਾਤ ਇਜ਼ਰਾਈਲ ਦੇ ਸਭ ਕਬੀਲਿਆਂ ਦੇ ਲੋਕਾਂ ਦੀ ਜਿਨ੍ਹਾਂ ਤੇ ਇਹ ਮੋਹਰ ਲੱਗੀ ਸੀ। ਇਸ ਦਾ ਵੇਰਵਾ ਪ੍ਰਤੀ ਕਬੀਲਾ ਇਸ ਤਰ੍ਹਾਂ ਨਾਲ ਸੀ: ਯਹੂਦਾ ਦੇ ਕਬੀਲੇ ਦੇ 12,000 ਲੋਕਾਂ ਤੇ, ਰਊਬੇਨ ਤੇ ਕਬੀਲੇ ਦੇ 12,000 ਲੋਕਾਂ ਤੇ, ਗਾਦ ਦੇ ਕਬੀਲੇ ਦੇ 12,000 ਲੋਕਾਂ ਤੇ, ਅਸ਼ੇਰ ਦੇ ਕਬੀਲੇ ਦੇ 12,000 ਲੋਕਾਂ ਤੇ, ਨਫਤਾਲੀ ਅਤੇ ਦੇ ਕਬੀਲੇ ਦੇ 12,000 ਲੋਕਾਂ ਦੇ, ਮਨੱਸ਼ਾ ਦੇ ਕਬੀਲੇ ਦੇ 12,000 ਲੋਕਾਂ ਤੇ, ਸਮੋਨ ਦੇ ਕਬੀਲੇ ਦੇ 12,000 ਲੋਕਾਂ ਤੇ, ਲੇਵੀ ਦੇ ਕਬੀਲੇ ਦੇ 12,000 ਲੋਕਾਂ ਤੇ, ਯਿਸਸਾਕਾਰ ਦੇ ਕਬੀਲੇ ਦੇ 12,000 ਲੋਕਾਂ ਤੇ, ਜ਼ਬੂਲੂਨ ਦੇ ਕਬੀਲੇ ਦੇ 12,000 ਲੋਕਾਂ ਤੇ, ਯੂਸਫ ਦੇ ਕਬੀਲੇ ਦੇ 12,000 ਲੋਕਾਂ ਤੇ, ਬਿਨਯਾਮੀਨ ਦੇ ਕਬੀਲੇ ਦੇ 12,000 ਲੋਕਾਂ ਤੇ। ਹੁਣ ਇਹਦਾ ਤੀਸਰਾ ਵਰਸ ਪੜਾਂਗੇ ਆਪਾਂ ਇੱਕ ਵਾਰ ਫਿਰ। And we're going to read the third verse one more time. ਦੇਖੋ ਧਿਆਨ ਨਾਲ। One time. ਧਰਤੀ ਸਮੁੰਦਰ ਜਾਂ ਰੁੱਖਾਂ ਦੀ ਉਸ ਸਮੇਂ ਤੱਕ ਕੋਈ ਹਾਨੀ ਨਾ ਕਰਨਾ ਜਿਸ ਸਮੇਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਲਈਏ। ਇਹ ਦੂਤ ਕਹਿ ਰਹੇ ਹੈਗੇ ਨੇ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਲਈਏ। And this is the angels are saying that the seals on the foreheads of the servants of God. ਹੁਣ ਧਿਆਨ ਦੇ ਨਾਲ ਆਪਾਂ ਦੇਖਣ ਵਾਲੀ ਗੱਲ ਹੈਗੀ ਆ ਪ੍ਰਭੂ ਦੇ ਪਹਿਲੋਂ ਇੱਥੇ ਕਿ ਇਹ ਜਿਹੜੇ ਸੇਵਕ ਹੈਗੇ ਨੇ ਪਰਮੇਸ਼ਰ ਦੇ, ਇਹਨਾਂ ਨੂੰ ਪ੍ਰੋਟੈਕਟ ਕੀਤਾ ਗਿਆ ਤਾਂ ਕਿ ਇਹਨਾਂ ਤੇ ਜਿੰਨੇ ਵੀ ਪਿਆਲੇ ਡਿੱਗਣੇ ਨੇ ਇਸ ਧਰਤੀ ਤੇ, ਜਿੰਨੀ ਵੀ ਧਰਤੀ ਤੇ ਮਾਰ ਪੈਣੀ ਆ, ਤੁਰੀਆਂ ਫੂਕੀਆਂ ਜਾਣੀਆਂ ਨੇ, ਪਹਿਲੇ 3.5 ਸਾਲ ਜਿਹੜੇ ਹੋਣਗੇ, ਜਿੰਨੇ ਵੀ ਕਸ਼ਟ ਸ਼ਰਾਫ ਹੈ ਦੁਨੀਆ ਤੇ ਆਣੇ ਨੇ, ਉਹਨਾਂ ਦਾ ਇੱਕ ਵੀ ਅਸਰ ਇਹਨਾਂ ਤੇ ਨਹੀਂ ਹੋਏਗਾ ਕਿਉਂਕਿ ਇਹ ਸੀਲਡ ਨੇ, ਪ੍ਰੋਟੈਕਟਿਡ ਨੇ। And want to tell you again, brothers and sisters, and these people, 144,000, they will be sealed, they will be protected. Even though there will be tribulations, troubles, those bowls of wrath, and everything will be happening, but they will be protected. ਦੁਬਾਰਾ ਫਿਰ ਇੱਥੇ ਮੈਂ ਦੱਸਣਾ ਚਾਹਾਂਗਾ ਜਿਹੜੇ ਇਹ ਜਿਸ ਔਰਤ ਤੋਂ ਨਿਕਲੇ ਨੇ ਉਹ ਔਰਤ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਦੀ ਹੈ, ਚਰਚ ਨੂੰ ਰਿਪਰੈਜ਼ੈਂਟ ਨਹੀਂ ਕਰਦੀ। And again, I want to make it clear that woman that all these 144,000 are coming out of, it is not representing the church, it's representing the nation of Israel. ਜੇ ਤੁਸੀਂ ਧਿਆਨ ਦੇ ਨਾਲ ਪਰਮੇਸ਼ਰ ਦਾ ਵਚਨ ਪੜ੍ਹੋ ਤਾਂ ਤੁਹਾਨੂੰ ਪਤਾ ਕਿ ਚੌਥੇ ਚੈਪਟਰ ਦੇ ਪਹਿਲੇ ਵਰਸ ਦੇ ਵਿੱਚ ਹੀ ਚਰਚ ਜਿਹੜਾ ਰੈਪਚਰ ਹੋ ਗਿਆ, ਚੱਕਿਆ ਗਿਆ ਹੈ। And if you read the book of Revelations carefully, that you know that in the chapter 4 verse 1, that's where the rapture happens. ਚੌਥੇ ਚੈਪਟਰ ਤੋਂ ਬਾਅਦ ਤਕਰੀਬਨ ਚਰਚ ਦਾ ਨਾਮ ਨਜ਼ਰ ਨਹੀਂ ਆਵੇਗਾ ਤੁਹਾਨੂੰ ਸਾਰੀ ਬੁੱਕ ਆਫ ਰੈਵਲੇਸ਼ਨ ਵਿੱਚ, ਐਂਡ ਵਿੱਚ ਜਾ ਕੇ ਆਉਂਦਾ, ਲੇਕਿਨ ਉਹ ਨਿਊ ਜਰੂਸਲਮ ਵਿੱਚ ਆਉਂਦਾ ਹੈ। ਲੇਕਿਨ 30 ਵਾਰ ਚਰਚ ਰਿਪੀਟ ਕੀਤਾ ਜਾਂਦਾ ਪਹਿਲੇ 3 ਚੈਪਟਰਾਂ ਦੇ ਵਿੱਚ ਹੀ। And in the first few chapters of Revelation, we will read the name of the church quite a few times, but after chapter 4, we will not see till the very end the name of the church. The only at the time of the New Jerusalem, that's where we see the name of the ਨਾਲੇ church. ਇੱਕ ਗੱਲ ਹੋਰ ਦੇਖੋ ਤੁਸੀਂ ਕਿ ਇਸ ਔਰਤ ਨੂੰ ਹਾਰਲਟ ਆਖਿਆ ਜਾਂਦਾ ਹੈਗਾ ਆ। ਸੋ ਇਹ ਜਿਹੜੀ ਔਰਤ ਹੈਗੀ ਆ ਇਹਨੂੰ ਇੱਕ ਤਰ੍ਹਾਂ ਕਹਿ ਲਓ ਕਿ ਪ੍ਰੋਸਟੀਟਿਊਟ ਆਖਿਆ ਜਾਂਦਾ ਹੈ ਬਾਈਬਲ ਵਿੱਚ, ਤੇ ਕਦੇ ਵੀ ਚਰਚ ਨੂੰ ਐਸਾ ਨਾਮ ਪਰਮੇਸ਼ਰ ਨਹੀਂ ਦੇਵੇਗਾ ਜਿਹਨੇ ਦੁਨੀਆ ਦੇ ਨਾਲ ਤੇ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਪਾਪ ਕੀਤਾ। And in the book of Revelations, this woman is called harlot. Then God will never give us such a name to the church. And this woman sinned with all different nations. ਹੁਣ ਇਹ ਇਜ਼ਰਾਈਲ ਜਿਹੜੀ ਔਰਤ ਹੈਗੀ ਆ ਉਹਦੇ ਵਿੱਚੋਂ ਹੀ ਇਹ ਯਹੂਦੀ ਜਿਹੜੇ ਪ੍ਰਚਾਰਕ ਹੈਗੇ ਨੇ ਇਹ ਨਿਕਲਦੇ ਨੇ। And from the nation of Israel, from there, all these 144,000 Jewish preachers come out. ਤੇ ਇਹ 7 ਸਾਲ ਦੇ ਮਿਡਲ ਦੇ ਵਿੱਚ ਇਹਨਾਂ ਦੀ ਰੈਪਚਰ ਹੋ ਜਾਏਗੀ, ਚੱਕੇ ਜਾਣਗੇ। And right in the middle of 7 years, that's where the rapture is going to take place and they will be lifted up. ਇੱਕ ਵਾਰ ਮੈਂ ਤੁਹਾਨੂੰ ਵਰਸ ਤੀਸਰਾ ਪੜਾਉਣਾ ਚਾਹਾਂਗਾ, ਰੈਵਲੇਸ਼ਨ ਚੈਪਟਰ 7 ਵਰਸ 3 ਪੜਾਂਗੇ ਦੁਬਾਰਾ, ਉਸ ਤੋਂ ਬਾਅਦ ਰੈਵਲੇਸ਼ਨ ਚੈਪਟਰ 14 ਵਰਸ 1 ਦੇਖਾਂਗੇ। ਦੋਨਾਂ 'ਚ ਮੈਂ ਤੁਹਾਨੂੰ ਆਹ ਦਿਖਾਉਣਾ ਚਾਹੁੰਦਾ ਹਾਂ, ਧਿਆਨ ਨਾਲ ਦੇਖੋ ਵੀ ਜਦੋਂ ਐਂਜਲਸ ਨੇ ਮੋਹਰ ਲਾਈ ਉਹ ਮੋਹਰ ਕਿੱਥੇ ਲੱਗੀ। And once again, we're going to read the book of Revelation chapter 7 verse 3, and later on we will read Revelations 14 verse 1. We're going to see carefully where did that seal happen, which part of the body where the seal took place. ਜਦੋਂ ਮੋਹਰ ਲੱਗੀ ਉਹ ਮੋਹਰ ਕਿੱਥੇ ਲੱਗੀ? And where was that seal put on? Let's see. ਜੀ 7:3
ਧਰਤੀ ਸਮੁੰਦਰ ਜਾਂ ਰੁੱਖਾਂ ਦੀ ਉਸ ਸਮੇਂ ਤੱਕ ਕੋਈ ਹਾਨੀ ਨਾ ਕਰਨਾ ਜਿਸ ਸਮੇਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਲਈਏ। ਮੱਥਿਆਂ ਤੇ ਮੋਹਰ ਨਾ ਲਾ ਲਈ। ਹੁਣ 14 ਦਾ ਪਹਿਲਾ ਵਰਸ ਦੇਖਾਂਗੇ, ਰੈਵਲੇਸ਼ਨ ਚੈਪਟਰ 14 ਵਰਸ 1 ਦੇਖੋ ਧਿਆਨ ਨਾਲ। And here it says on the foreheads of the servants of God. And now we're going to see Revelations 14:1. ਇਸ ਦੇ ਪਿੱਛੋਂ ਮੈਂ ਦੇਖਿਆ ਕਿ ਮੇਮਨਾ ਸਿਯੋਨ ਪਰਬਤ ਤੇ ਖੜਾ ਹੈ ਅਤੇ ਉਸ ਦੇ ਨਾਲ 1,44,000 ਉਹ ਲੋਕ ਵੀ ਹਨ ਜਿਨ੍ਹਾਂ ਦੇ ਮੱਥਿਆਂ ਤੇ ਮੇਮਨੇ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ। ਹਾਂ, ਇਹਨਾਂ ਦੇ ਮੱਥਿਆਂ ਤੇ ਮੋਹਰ ਲੱਗੀ ਆ। And they have the seal on the foreheads. ਹੁਣ ਕਈ ਲੋਕ ਕਹਿੰਦੇ ਨੇ ਕਿ ਇਹ ਚਰਚ ਦਾ ਹਿੱਸਾ ਹੈ ਜਾਂ ਅੱਜ ਕੱਲ੍ਹ ਦੇ ਵਿਸ਼ਵਾਸੀ ਹੈਗੇ ਨੇ ਕਈ, ਜਿਸ ਤਰ੍ਹਾਂ ਲੋਕ ਪ੍ਰਚਾਰ ਕਰਦੇ ਨੇ ਵੀ 144,000 ਹੀ ਚੱਕੇ ਜਾਣਗੇ ਕਿਉਂਕਿ ਇਹ ਵਿਸ਼ਵਾਸੀ ਨੇ, ਲੇਕਿਨ ਉਹਨਾਂ ਨੂੰ ਆ ਨਹੀਂ ਪਤਾ ਕਿ ਇਹ ਚਰਚ ਨਹੀਂ ਕਿ ਭਰਾਵਾ ਤੇ ਬਣਾਓ, ਕਿਉਂਕਿ ਚਰਚ ਦੇ ਕਦੇ ਮੱਥੇ ਤੇ ਮੋਹਰ ਨਹੀਂ ਲੱਗੀ, ਚਰਚ ਦੇ ਦਿਲ ਤੇ ਮੋਹਰ ਲੱਗੀ ਆ। And some people these days they say, well, these 144,000 will be the part of the church, and that's what they will be lifted up. But no, brothers and sisters, church never had the seal on their forehead. Church has the seal on their hearts. ਤੇ ਦੂਸਰੀ ਗੱਲ ਦੇਖਣ ਵਾਲੀ ਇਹ ਹੈਗੀ, ਆਪਾਂ ਪੜਾਂਗੇ ਪਰਮੇਸ਼ਰ ਐਫਐਸੀਆਂ ਦੇ ਪਹਿਲੇ ਚੈਪਟਰ ਦੇ ਵਿੱਚ 13ਵਾਂ ਤੇ 14ਵੇਂ ਵਰਸ ਵਿੱਚ ਦੇਖਾਂਗੇ। ਇੱਥੇ ਤਾਂ ਜਿਹੜੀਆਂ ਮੋਹਰਾਂ ਲਾਈਆਂ ਨੇ 144,000 ਦੇ ਸਿਰ ਤੇ ਜਾਂ ਮੱਥੇ ਤੇ, ਇਹ ਐਂਜਲਸ ਨੇ ਲਾਈਆਂ ਨੇ, ਦੂਤਾਂ ਨੇ ਲਾਈਆਂ ਨੇ। And we're going to see the stamps, the seals that have been put on the forehead. They are given by angels. ਪੜਾਂਗੇ ਆਪਾਂ ਐਫੀਸ਼ੀਅਨ ਚੈਪਟਰ 1 ਵਰਸ 13 ਤੇ 14 ਦੇ ਵਿੱਚ, ਜਿੱਥੇ ਆਪਾਂ ਨੂੰ ਨਜ਼ਰ ਆਏਗਾ ਜਿਹੜਾ ਚਰਚ ਹੈਗਾ ਆ ਉਹਨਾਂ ਦੇ ਉੱਤੇ ਦੀਆਂ ਮੋਹਰਾਂ ਨੇ ਕਿਸੇ ਐਂਜਲਸ ਨੇ ਨਹੀਂ ਲਾਈਆਂ, ਬਲਕਿ ਉਹਨਾਂ ਦੇ ਦਿਲਾਂ ਤੇ ਜਿਹੜੀ ਮੋਹਰ ਲਾਈ ਆ ਉਹ ਪਵਿੱਤਰ ਆਤਮਾ ਨੇ ਲਾਈ ਆ। And we're going to read that the church did not have the seals put on their foreheads by angels, but the Holy Spirit has put that seal on their hearts. ਜੀ ਹਾਂ, ਇਸੇ ਤਰ੍ਹਾਂ ਪਿੱਛੋਂ ਤੁਸੀਂ ਵੀ ਮਸੀਹ ਦੁਆਰਾ ਸੱਚ ਦਾ ਸੰਦੇਸ਼ ਸੁਣਿਆ, ਅਰਥਾਤ ਆਪਣੀ ਮੁਕਤੀ ਦਾ ਸ਼ੁਭ ਸਮਾਚਾਰ। ਫਿਰ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਹ ਸਿੱਧ ਕੀਤਾ ਕਿ ਤੁਸੀਂ ਵੀ ਉਸ ਦੇ ਹੋ, ਅਤੇ ਇਸ ਤਰ੍ਹਾਂ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦੀ ਮੋਹਰ ਆਪਣੇ ਤੇ ਲਾਈ। ਇਹ ਪਵਿੱਤਰ ਆਤਮਾ ਹੀ ਸਾਡੇ ਅੱਗੇ ਮਿਲਣ ਵਾਲੇ ਵਿਰਸੇ ਦੀ ਪ੍ਰਤਿੱਗਿਆ ਹੈ, ਅਰਥਾਤ ਉਸ ਵਿੱਚ ਪੂਰਨ ਆਜ਼ਾਦੀ ਦੀ ਉਸ ਦੀ ਮਹਿਮਾ ਅਤੇ ਉਸਤਤੀ ਹੋਵੇ। ਹੁਣ ਚੈਪਟਰ 4 ਵਰਸ 30 ਦੇਖਾਂਗੇ ਆਪਾਂ ਐਫਐਸੀਆਂ ਦੇ ਵਿੱਚ। ਜਦੋਂ ਦੇਖਿਆ ਧਿਆਨ ਦੇ ਨਾਲ ਆਪਾਂ ਦੇਖਿਆ ਪ੍ਰਭੂ ਤੇ ਭੈਣੋ ਕਿ ਇਹ ਪਵਿੱਤਰ ਆਤਮਾ ਨੇ ਮੋਹਰ ਲਾਈ ਵਿਸ਼ਵਾਸੀਆਂ ਦੇ ਉੱਤੇ ਜਿਹੜੇ ਪ੍ਰਭੂ 'ਚ ਵਿਸ਼ਵਾਸ ਕਰਦੇ ਨੇ। And we see that these marks were put on the believers by the Holy Spirit. And now we're also going to read Ephesians 4:30. ਜੀ, ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰ, ਕਿਉਂਕਿ ਉਹੀ ਆਤਮਾ ਹੈ ਜੋ ਸਾਡੇ ਤੇ ਮੋਹਰ ਹੈ ਅਤੇ ਜਿਸ ਦੇ ਦੁਆਰਾ ਅਸੀਂ ਉਸ ਦਿਨ ਜਾਣੇ ਜਾਵਾਂਗੇ ਜਿਸ ਦਿਨ ਉਹ ਸਾਨੂੰ ਆਜ਼ਾਦ ਕਰੇਗਾ। ਪ੍ਰਭੂ ਤੇ ਭੈਣੋ ਕਲੀਅਰਲੀ ਇਹ ਤੋਂ ਪਤਾ ਲੱਗਦਾ ਵੀ 144,000 ਜਿਹੜੇ ਨੇ ਉਹ ਅੱਜ ਕੱਲ੍ਹ ਦੇ ਵਿਸ਼ਵਾਸੀ ਨਹੀਂਗੇ, ਬਲਕਿ ਅੱਜ ਕੱਲ੍ਹ ਦੇ ਵਿਸ਼ਵਾਸੀਆਂ ਦੇ ਦਿਲ ਤੇ ਜਿਹੜੀ ਮੋਹਰ ਲੱਗੀ ਆ ਪਵਿੱਤਰ ਆਤਮਾ ਨੇ ਲਾਈ ਆ। ਇਹ ਜਿਹੜੇ ਨੇ ਜਦੋਂ ਚਰਚ ਨੇ ਚੱਕਿਆ ਜਾਣਾ ਆ ਰੈਵੋਲੂਸ਼ਨ ਦੇ ਟਾਈਮ ਤੋਂ ਪਹਿਲਾਂ, ਇਹ ਬਾਅਦ ਦੇ ਵਿੱਚ ਯਹੂਦੀ ਪ੍ਰਚਾਰਕ ਹੋਣੇ ਨੇ ਜਿਨ੍ਹਾਂ ਤੇ ਐਂਜਲਸ ਮੋਹਰ ਲਾਣਗੇ ਤੇ ਉਹਨਾਂ ਦੇ ਮੱਥੇ ਤੇ ਲਾਣਗੇ। And again, it's the Holy Spirit that has put that seal on our hearts, on the believer's heart. So it's clear that the 144,000 people, these are those Jewish people that will be sealed by the angels, and the seal will take place on their foreheads. ਹੁਣ ਦੂਸਰੀ ਗੱਲ ਇਹ ਹੈਗੀ ਹੈ ਕਿ ਜਦੋਂ ਨਵੇਂ ਨੇਮ ਦੇ ਜਿਹੜੇ ਸੰਤ ਹੈਗੇ ਨੇ ਆਪਾਂ ਨੂੰ ਨਜ਼ਰ ਆਉਂਦੇ ਨੇ, ਜਦੋਂ ਉਹ ਚੈਪਟਰ 4 ਦੇ ਵਿੱਚ ਚੱਕੇ ਜਾਂਦੇ ਨੇ ਤੇ ਚੈਪਟਰ 4 ਦੇ ਵਿੱਚ ਸਵਰਗ ਦੇ ਵਿੱਚ ਨੇ, 5ਵੇਂ ਸਵਰਗ ਦੇ ਵਿੱਚ ਲਿਖਿਆ ਆ, ਵਚਨ ਕਹਿੰਦਾ ਆ ਕਿ ਉਹਨਾਂ ਦਾ ਜਿਹੜਾ ਨੰਬਰ ਆ ਤੁਸੀਂ ਗਿਣ ਨਹੀਂ ਸਕਦੇ, ਉਹ ਹਜ਼ਾਰਾਂ ਤੇ ਹਜ਼ਾਰਾਂ ਤੇ ਹਜ਼ਾਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਲੇਕਿਨ ਇੱਥੇ ਜਿਹੜਾ ਨੰਬਰ ਆ ਕਲੀਅਰ ਕੱਟ ਆ। So yeah, in New Testament we see that those saints in chapter 4 and 5 we see that they are countless, they're thousands and thousands, but these people they are clearly numbered 144,000 in the Word of God. ਯਾਨੀ ਕਿ ਗ੍ਰੇਸ ਪੀਰੀਅਡਸ ਦੇ ਵਿੱਚ ਜਿੰਨੇ ਸੇਵ ਹੁੰਦੇ ਨੇ ਉਹਨਾਂ ਦੀ ਨੰਬਰ ਨਹੀਂ ਲੱਗ ਸਕਦਾ, ਉਹ ਅਣਗਿਣਤ ਨੇ। That means that the people who are being saved at the grace period time, there's no number for them because they're countless. ਇਹ 7 ਸਾਲ ਦੇ ਜਜਮੈਂਟ ਦਾ ਟਾਈਮ ਹੋਏਗਾ ਇਸ ਧਰਤੀ ਤੇ, ਜਿਹਦੇ ਵਿੱਚ ਤਕਰੀਬਨ ਪੁਰਾਣੇ ਨੇਮ ਵਾਂਗੂ ਪਵਿੱਤਰ ਆਤਮਾ ਦਾ ਸਿਸਟਮ ਸ਼ੁਰੂ ਹੋ ਜਾਵੇਗਾ। And this time will be that 7 years of judgment time, that almost it will be like the Old Testament, the Holy Spirit coming. ਰੋਮਨ ਚੈਪਟਰ 11 ਵਰਸ 25 ਦੇ ਵਿੱਚ ਆਪਾਂ ਦੇਖਾਂਗੇ ਵੀ ਜਿਹੜੇ ਜੈਂਟਾਈਲ ਨੇ, ਸਾਰੀ ਕੌਮਾਂ ਦੇ ਜੋ ਲੋਕ ਬਚਾਏ ਜਾ ਰਹੇ ਨੇ, ਪ੍ਰਭੂ ਯਿਸੂ ਮਸੀਹ 'ਚ ਆ ਰਹੇ ਨੇ, ਚਰਚ ਦਾ ਜਿਹੜਾ ਹਿੱਸਾ ਆ, ਪ੍ਰਭੂ ਯਿਸੂ ਦਾ ਸਰੀਰ ਉਹਨਾਂ
ਤੇ ਕੋਈ ਵੀ ਨੰਬਰ ਨਹੀਂ ਲੱਗ ਸਕਦਾ, ਉਹ ਅਣਗਿਣਤ ਨੇ। And we will see in the book of Romans 11:5 that the Gentiles, the church, those are the people who are believing in Lord Jesus Christ and coming to the Lord, believers, they are countless. There's no number. आओ देखिए रोमन चैप्टर 11 वर्स 25। जी हाँ, ਮੇਰੇ ਭਰਾਵੋ, ਇਹ ਇੱਕ ਗੁੱਝਾ ਭੇਤ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ। ਇਹ ਤੁਹਾਨੂੰ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਸਮਝਣ ਦੇ ਹੰਕਾਰ ਤੋਂ ਬਚਾਏਗਾ। ਇਹ ਭੇਤ ਇਹ ਹੈ, ਇਜ਼ਰਾਈਲ ਦੇ ਲੋਕਾਂ ਦਾ ਅਵਿਸ਼ਵਾਸ ਹਮੇਸ਼ਾ ਤੱਕ ਨਹੀਂ ਰਹੇਗਾ। ਇਹ ਦੂਜੀਆਂ ਕੌਮਾਂ ਦੇ ਸਭ ਲੋਕਾਂ ਦੇ ਪਰਮੇਸ਼ਰ ਕੋਲ ਆਉਣ ਤੱਕ ਦੇ ਸਮੇਂ ਤੱਕ ਰਹੇਗਾ। ਸਾਰੀਆਂ ਕੌਮਾਂ ਤੋਂ ਅਣਗਿਣਤ ਲੋਕ ਪ੍ਰਭੂ ਦੇ ਵਿੱਚ ਆ ਜਾਣਗੇ, ਲੇਕਿਨ ਕੋਈ ਨੰਬਰ ਨਹੀਂ ਦਿੱਤਾ ਗਿਆ। And there will be so many people, countless people will come from all the nations, and there's no particular number given here that how many will there आओ be. पढ़िए आप एक बार दोबारा फिर रेवलेशन 14:4। जी हाँ, Let's read Revelations 14:4 again. ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਦੇ ਨਾਲ ਭ੍ਰਸ਼ਟ ਨਹੀਂ ਕੀਤਾ ਹੈ, ਅਰਥਾਤ ਉਹ ਕੁਆਰੇ ਹਨ। ਉਹ ਕੇਵਲ ਮੇਮਣੇ ਦੇ ਹੀ ਪਿੱਛੇ ਚੱਲਣ ਵਾਲੇ ਹਨ। ਭਾਵੇਂ ਉਹ ਕਿਤੇ ਵੀ ਜਾਵੇ, ਉਹ ਪਰਮੇਸ਼ਰ ਅਤੇ ਮੇਮਣੇ ਦੇ ਲਈ ਪਹਿਲੇ ਫਲ ਕਰਕੇ ਬਾਕੀ ਦੇ ਲੋਕਾਂ ਵਿੱਚੋਂ ਮੁੱਲ ਦੇ ਕੇ ਲਏ ਗਏ ਹਨ। पहले फल करके। And they are like the first fruit. ਹੁਣ ਕਈ ਵਾਰ ਲੋਕ ਸੋਚਦੇ ਨੇ ਪਹਿਲੇ ਫਲ ਨੇ ਤੇ ਇਹ ਤਾਂ ਚਰਚ ਹੀ ਆ ਬਈ, ਕਿਉਂਕਿ ਚਰਚ ਦੀ ਰੈਸੂਰੈਕਸ਼ਨ ਜਿਹੜੀ ਹੋਣੀ ਹੈ, ਰੈਪਚਰ ਹੋਣੀ ਆ, ਉਹ ਪਹਿਲੇ ਫਲ ਕਿਹਾ ਜਾਂਦਾ ਹੈ। And some people think, yeah, because it's talking about the first fruit, that must be church, because that's what the Bible talks about, the first fruit as a church. ਜੇ ਤੁਸੀਂ ਜਰਮਾਇਆ ਚੈਪਟਰ 2 ਵਰਸ 3 ਦੇਖੋ, ਤੁਸੀਂ ਇਹ ਧਿਆਨ ਦੇ ਨਾਲ ਦੇਖੋ, ਉਹਦੇ ਵਿੱਚ ਵੀ ਇਜ਼ਰਾਈਲ ਦੀ ਜੋ ਰੈਸੂਰੈਕਸ਼ਨ ਹੋਣੀ ਆ, ਜਿਹੜੇ ਯਹੂਦੀ ਲੋਕ ਉਠਾਏ ਜਾਣੇ ਨੇ, ਜਿਹੜੇ ਵਿਸ਼ਵਾਸੀ ਨੇ, ਉਹਨਾਂ ਨੂੰ ਵੀ ਫਸਟ ਫਰੂਟ ਕਿਹਾ ਗਿਆ ਹੈ, ਉਹਨਾਂ ਦੀ ਰੈਸੂਰੈਕਸ਼ਨ ਨੂੰ ਫਸਟ ਫਰੂਟ ਕਿਹਾ ਗਿਆ ਹੈ। And if you'll see in the book of Jeremiah chapter 2 verse 3, those Jewish people that's going to be lifted up, they are being also called first fruit. ਆਓ ਦੇਖੀਏ Let's see the ਜਰਮਾਇਆ word. ਚੈਪਟਰ 2 ਵਰਸ 3। ਇਜ਼ਰਾਈਲ, ਤੂੰ ਮੇਰੀ ਸੈਂ, ਤੂੰ ਮੇਰੇ ਲਈ ਪਵਿੱਤਰ ਸੈਂ। ਮੈਂ ਉਹਨਾਂ ਸਭ ਨੂੰ ਸਜ਼ਾ ਦਿੰਦਾ ਹਾਂ ਜੋ ਤੇਰੀ ਹਾਨੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੈਂ ਪ੍ਰਭੂ ਨੇ ਇਹ ਕਿਹਾ ਹੈ। ਸੋ ਇੰਗਲਿਸ਼ ਵਿੱਚ ਆਪਾਂ ਪੜਾਂਗੇ ਇਹਨੂੰ। And it says that Israel was holy to the Lord, the first fruit of his harvests. ਫਸਟ ਫਰੂਟ ਕਲੀਅਰਲੀ ਇੰਗਲਿਸ਼ ਵਿੱਚ ਜ਼ਿਕਰ ਆਉਂਦਾ ਹੈ, ਫਸਟ ਫਰੂਟ। ਹੁਣ ਜਾਣੀ ਕਿ ਜੇ ਦੇਖਿਆ ਜਾਵੇ ਪ੍ਰਭੂ ਦੇ ਪਾਣੋਂ, ਇੱਥੇ ਓਲਡ ਟੈਸਟਾਮੈਂਟ ਦੇ ਵਿੱਚ ਵੀ ਇਹ ਯਹੂਦੀ ਜਿਹੜੇ ਰੈਸੂਰੈਕਸ਼ਨ ਹੋਏਗੀ ਜਿਨ੍ਹਾਂ ਦੀ, ਉਹਨਾਂ ਨੂੰ ਵੀ ਫਸਟ ਫਰੂਟ ਕਿਹਾ ਜਾਂਦਾ ਹੈ। ਫਿਰ ਜਿਹੜੇ ਆਪਣਾ ਚਰਚ ਨੂੰ ਉਠਾਇਆ ਜਾਵੇਗਾ, ਚਰਚ ਨੂੰ ਵੀ ਫਸਟ ਫਰੂਟ ਕਿਹਾ ਜਾਂਦਾ ਹੈ। ਫਿਰ ਕਿ ਇਹ 144,000 ਜਿਹੜੇ ਨੇ, ਇਹਨਾਂ ਨੂੰ ਵੀ ਫਸਟ ਫਰੂਟ ਕਿਹਾ ਜਾਂਦਾ ਹੈ। And then it's clear that in the Old Testament, those Jewish people, they are called first fruit, and the church is called the first fruit, and also these 144,000 Jewish people are also called the first fruit. ਜਾਣੀ ਕਿ ਪ੍ਰਭੂ ਜੀ ਪਾਣੋਂ ਦੋ ਰੈਸੂਰੈਕਸ਼ਨ ਸੁਣੀਆਂ ਸਾਰੀ ਬਾਈਬਲ ਵਿੱਚ, ਜੇ ਦੇਖਿਆ ਜਾਵੇ ਤਾਂ। And in actual fact, if we see there are two resurrections taken place in the Word of God. ਜਿਹੜੀ ਪਹਿਲੀ ਰੈਸੂਰੈਕਸ਼ਨ ਹੈਗੀ ਆ, ਉਹਨੂੰ ਫਸਟ ਫਰੂਟ ਕਹਿੰਦੇ ਨੇ। And the first resurrection is called the first fruit. ਜਿਹਦੇ ਵਿੱਚ 7 ਰੈਸੂਰੈਕਸ਼ਨਸ ਹੋਣਗੀਆਂ। And there will be 7 resurrections in it. 7 ਲੋਕ ਕੈਟਾਗਰੀਜ਼ ਹੈਗੇ ਨੇ ਜਿਹਦੇ ਵਿੱਚ ਪ੍ਰਭੂ ਯਿਸੂ ਵੀ ਚੱਕੇ ਗਏ ਨੇ, ਚਰਚ ਵੀ ਵਿੱਚ ਚੱਕਿਆ ਜਾਣਾ, ਪੁਰਾਣੇ ਨੇਮ ਦੇ ਸੰਤ ਕੁਛ ਚੱਕੇ ਗਏ ਨੇ, 144,000 ਨੇ ਚੱਕਿਆ ਜਾਣਾ, ਤੇ ਗਾਹਾਂ ਮੂਸਾ ਤੇ ਏਲਾਈਜਾ ਨੇ ਵੀ ਚੱਕਿਆ ਜਾਣਾ। 7 resurrections ਹੋਣਗੀਆਂ। And there will be 7 different types or different people of resurrection. There will be Lord Jesus and the church and these 144,000 and Musa, Elijah, all these 7 different times the resurrection will take place. ਇਹਦੀ ਬਾਰੇ ਆਪਾਂ ਸਟੱਡੀ ਆਲਰੇਡੀ ਪਿੱਛੇ ਕਰ ਚੁੱਕੇ ਹੈਗੇ ਆ। We actually studied about this just a few weeks ago. ਦੂਸਰੀ ਰੈਸੂਰੈਕਸ਼ਨ ਜਿਹੜੀ ਹੋਏਗੀ, ਮਤਲਬ ਕਿ ਦੋ ਨੇ। ਪਹਿਲੇ ਵਿੱਚ ਧਾਰਮਿਕ ਲੋਕ ਚੱਕੇ ਜਾਣੇ, ਦੂਸਰੀ ਹੋਏਗੀ ਉਹ ਜਿਹੜੇ ਧਾਰਮਿਕ ਨਹੀਂਗੇ, ਜਿਨ੍ਹਾਂ ਦੀ ਜਜਮੈਂਟ ਹੋਣੀ ਆ ਵਾਈਟ ਥਰੋਨ ਦੇ ਸਾਹਮਣੇ। And the first resurrection is those religious people that have been lifted up already. But the second resurrection will be where the judgment will take place. ਸੋ ਇੱਥੋਂ ਪਤਾ ਲੱਗਦਾ ਕਲੀਅਰਲੀ ਪ੍ਰਭੂ ਦੇ ਬਣੇ ਫਸਟ ਫਰੂਟ ਤੋਂ ਪਤਾ ਲੱਗਦਾ ਹੈ ਵੀ ਇਹ ਕੌਣ ਹੈਗੇ ਨੇ। ਇਹ ਚਰਚ ਦਾ ਹਿੱਸਾ ਨਹੀਂਗਾ, ਬਲਕਿ ਇਹ ਯਹੂਦੀ ਪ੍ਰਚਾਰਕ ਨੇ ਜਿਹੜੇ 7 ਸਾਲਾਂ ਦੇ ਪਹਿਲੇ ਹਿੱਸੇ ਚ ਆ ਕੇ ਪ੍ਰਚਾਰ ਕਰਦੇ ਨੇ। And so these people are those 144,000, those Jewish people that they go and the first part of those 7 years they preach. ਹੁਣ ਆਪਾਂ ਦੇਖਿਆ ਕਲੀਅਰਲੀ ਕਿ 5ਵੇਂ ਚੈਪਟਰ ਦੇ ਵਿੱਚ ਜੇ ਆਪਾਂ ਦੇਖੋ, ਇਹ ਇੱਕ ਨਵਾਂ ਗੀਤ ਗਾ ਰਹੇ ਹੈਗੇ ਨੇ।
And now we see in the 5th chapter, there's a new song that they are singing. ਕੱਲਾ ਗੀਤ ਹੀ ਨਹੀਂ ਨਇਆ ਗਾ ਰਹੇ ਬਲਕਿ ਇਹ ਹਾਰਪ ਪਲੇ ਕਰ ਰਹੇ ਹੈਗੇ ਨੇ। And not only they are singing a new song, but they are also playing a harp. ਹੁਣ ਬਾਈਬਲ ਦੇ ਵਿੱਚ ਕਿੰਨੀ ਜਗ੍ਹਾ ਤੇ ਇਹ ਇਨਸਟਰੂਮੈਂਟ ਯੂਜ਼ ਕੀਤਾ ਗਿਆ ਹੈਗਾ ਆ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ। And in the Bible, we see that harp is being used for God's glory in a lot of places. ਜੇ ਤੁਸੀਂ ਦੇਖੋ ਚੈਪਟਰ 5 ਵਰਸ 8 ਰੈਵਲੇਸ਼ਨ ਦਾ, ਉਹਦੇ ਵਿੱਚ ਵੀ ਇਹ ਇਨਸਟਰੂਮੈਂਟ ਯੂਜ਼ ਕੀਤਾ ਗਿਆ ਆ ਤੇ 15ਵੇਂ ਚੈਪਟਰ ਦੇ ਦੂਸਰੇ ਵਰਸ ਦੇ ਵਿੱਚ ਵੀ ਇਹ ਇਨਸਟਰੂਮੈਂਟ ਯੂਜ਼ ਕੀਤਾ ਗਿਆ ਆ। And we see in Revelation 5:8 and in Revelations 15:2 that the harp has been played. ਫਰਕ ਸਿਰਫ ਇੰਨਾ ਆ, But what's the difference between ਇਹ ਨਇਆ ਗੀਤ ਜਿਹੜਾ ਇਹ ਗਾ ਰਹੇ ਨੇ, this new song that they are singing? ਇਹਦੇ ਵਰਡਸ ਨਹੀਂ ਦਿੱਤੇ ਗਏ। And there's no words to it. ਜਿੱਥੇ ਵੀ ਪੁਰਾਣੇ ਨੇਮ ਦੇ ਕੋਈ ਗੀਤ ਕਿਸੇ ਨੇ ਗਾਇਆ ਵਰਡ ਦਿੱਤੇ ਗਏ ਨੇ, ਨਵੇਂ ਨੇਮ ਦੇ ਵਿੱਚ ਜਿਹੜਾ ਚਰਚ ਚੱਕਾ ਗਿਆ ਜਾਂ ਚਰਚ ਨੇ ਕੋਈ ਗੀਤ ਗਾਇਆ ਉਹਦੇ ਵਰਡਸ ਦਿੱਤੇ ਗਏ ਨੇ, ਲੇਕਿਨ ਜਿਹੜਾ ਇਹਨਾਂ ਨੇ ਗੀਤ ਗਾਇਆ ਉਹਦੇ ਵਰਡਸ ਨਹੀਂ ਦਿੱਤੇ ਗਏ। In the Old Testament, if the church has sang a song, that the words, lyrics are given, and this New Testament time, the lyrics are given, but at this time, there's no lyrics to the music. ਆਓ ਪੜਾਂਗੇ ਆਪਾਂ ਰੈਵਲੇਸ਼ਨ 5:8 ਦੇ ਵਿੱਚ ਪਹਿਲਾਂ। Let's read the book of Revelations 5:8. ਜਦੋਂ ਮੇਮਣੇ ਨੇ ਉਹ ਪੋਥੀ ਲੈ ਲਈ ਤਾਂ ਚਾਰੇ ਜਾਨਦਾਰ ਅਤੇ 24 ਬਜ਼ੁਰਗਾਂ ਨੇ ਧਰਤੀ ਤੇ ਮੂੰਹ ਭਾਰ ਡਿੱਗ ਕੇ ਮੇਮਣੇ ਨੂੰ ਪ੍ਰਣਾਮ ਕੀਤਾ। ਉਹਨਾਂ ਸਭ ਦੇ ਹੱਥਾਂ ਵਿੱਚ ਇੱਕ ਇੱਕ ਸਤਾਰ ਵਰਗਾ ਸਾਜ਼ ਅਤੇ ਧੂਪ ਨਾਲ ਭਰੇ ਹੋਏ ਕਟੋਰੇ ਸਨ। ਇਹ ਪਰਮੇਸ਼ਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਸਨ। ਉਹ ਨਵਾਂ ਭਜਨ ਗਾ ਰਹੇ ਸਨ। ਤੂੰ ਪੁਸਤਕ ਨੂੰ ਖੋਲ੍ਹਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ, ਕਿਉਂਕਿ ਤੂੰ ਕਤਲ ਕੀਤਾ ਗਿਆ ਸੀ। ਤੂੰ ਆਪਣੀ ਮੌਤ ਦੇ ਦੁਆਰਾ ਪਰਮੇਸ਼ਰ ਦੇ ਲਈ ਹਰ ਕਬੀਲੇ, ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ। ਇੱਥੇ ਸਤਾਰ ਵਜਾ ਰਹੇ ਨੇ ਉਹ, And here they are playing the harp. ਤੇ ਇੱਕ ਗੀਤ ਗਾ ਰਹੇ ਨੇ ਜਿਹਦੀ ਵਰਡਿੰਗ ਅੱਗੇ ਜਾ ਕੇ ਨਜ਼ਰ ਵੀ ਆਉਂਦੀ ਆਪਾਂ। And they are singing a song here that later on we will see about it. ਲੇਕਿਨ 15ਵੇਂ ਚੈਪਟਰ ਦੇ ਦੂਸਰੇ ਵਰਸ ਦੇ ਵਿੱਚ ਦੇਖਾਂਗੇ ਹੁਣ ਆਪਾਂ। And now we're going to see Revelation 15:2. ਜੀ ਹਾਂ। ਤਦ ਮੈਨੂੰ ਅੱਗ ਮਿਲੇ ਹੋਏ ਸ਼ੀਸ਼ੇ ਦੇ ਸਮੁੰਦਰ ਵਰਗੀ ਕੋਈ ਚੀਜ਼ ਦਿਖਾਈ ਦਿੱਤੀ। ਉਸ ਸ਼ੀਸ਼ੇ ਦੇ ਸਮੁੰਦਰ ਉੱਤੇ ਉਹ ਲੋਕ ਹੱਥਾਂ ਵਿੱਚ ਪਰਮੇਸ਼ਰ ਦਾ ਸਤਾਰ ਵਰਗਾ ਸਾਜ਼ ਲਈ ਖੜੇ ਸਨ, ਜਿਨ੍ਹਾਂ ਨੇ ਪਸ਼ੂ, ਉਸ ਦੇ ਬੁੱਤ ਅਤੇ ਨਾਂ ਦੇ ਨੰਬਰ ਤੇ ਜਿੱਤ ਪ੍ਰਾਪਤ ਕਰ ਲਈ ਸੀ। And then again, those people are holding harps in the hands that given by God. ਹੁਣ ਇੱਥੇ ਦੇਖੋ ਕਿ ਚਰਚ ਨੇ ਵੀ ਹੱਥ ਵਿੱਚ ਸਤਾਰ ਫੜੇ ਹੋਏ ਨੇ ਤੇ ਇਹਨਾਂ ਨੇ ਵੀ ਸਤਾਰ ਫੜੇ ਹੋਏ ਨੇ। ਜਿਹੜਾ ਚਰਚ ਗੀਤ ਗਾ ਰਿਹਾ ਉਹ ਨਜ਼ਰ ਆਉਂਦਾ ਹੈ, ਲੇਕਿਨ ਜਿਹੜਾ ਇਹ ਗੀਤ ਗਾ ਰਿਹਾ ਉਹ ਨਜ਼ਰ ਨਹੀਂ ਆਏਗਾ। And we will see that the church is holding harps in their hands, and these people are holding harps in their hand. But the church, the song that church is singing, we can see the lyrics. But whatever these guys are singing, you do not see the lyrics. ਆਓ ਦੇਖੀਏ ਰੈਵਲੇਸ਼ਨ ਚੈਪਟਰ 19 ਉਹਦਾ 6ਵਾਂ ਵਰਸ ਦੇਖਾਂਗੇ। ਉਹ ਵਰਸ ਦੇਖ ਕੇ ਆਪਾਂ ਨੂੰ ਥੋੜਾ ਜਿਹਾ ਚੱਲਣਾ ਪਏਗਾ ਇਸ ਸ਼ਬਦ ਦੇ ਉੱਤੇ। And we're going to now see Revelation chapter 19 verse 6, and that will make it a little bit more clear what we're talking about here. ਤਦ ਮੈਂ ਇੱਕ ਹੋਰ ਉੱਚੀ ਆਵਾਜ਼ ਸੁਣੀ ਜੋ ਇੱਕ ਵੱਡੀ ਭੀੜ ਦੀ ਬਹੁਤ ਸਾਰੇ ਪਾਣੀਆਂ ਅਤੇ ਗਰਜਨਾਂ ਦੀ ਆਵਾਜ਼ ਵਰਗੀ ਲੱਗ ਰਹੀ ਸੀ ਅਤੇ ਜੋ ਕਹਿ ਰਹੀ ਸੀ, ਹਾਲੇਲੂਇਆ, ਕਿਉਂਕਿ ਸਾਡਾ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਰ ਰਾਜ ਕਰਦਾ ਹੈ। Praise the Lord. Amen. Hallelujah. And here we will see that it says, I heard what sounded like a great multitude, like the roar of rushing waters, and like loud peals of thunder, shouting, Hallelujah, for our Lord God Almighty reigns. ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਨਏ ਗੀਤ ਨੂੰ ਇੱਕ ਐਸੀ ਆਵਾਜ਼, ਐਸਾ ਜ਼ਬਰਦਸਤ ਥੰਡਰ, ਐਸਾ ਪੁਚਾਲ ਕਹਿ ਲਓ, ਉਹ ਉਦਾਂ ਹੀ ਉਹਨੂੰ ਐਕਸਪ੍ਰੈਸ ਕੀਤਾ ਗਿਆ ਹੈ। And their sound, their song is only showed as a thunder and shouting of hallelujahs. That's what they have said, that there's no words, but this is what's being heard. ਉਹ ਇੱਕ ਐਸੀ ਸ਼ਕਤੀ ਦੇ ਨਾਲ ਗਾ ਰਹੇ ਨੇ ਕਿਉਂਕਿ ਉਹ ਇੰਨੀਆਂ ਮੁਸ਼ਕਲਾਂ ਕੀ ਰਿਪਰੈਜ਼ੈਂਟ ਕਰਦਾ, ਕਿਉਂਕਿ ਇੰਨੀਆਂ ਮੁਸ਼ਕਲਾਂ ਉਹ ਵਿੱਚ ਸਹਿ ਕੇ ਆਏ ਨੇ, ਇੰਨੀ ਤਕਲੀਫ ਸਹਿ ਕੇ ਆਏ ਨੇ, ਉਹ ਨਾਰੇ ਲਾ ਰਹੇ ਨੇ ਤੇ ਇੱਕ ਖਾਸ ਨਇਆ ਗੀਤ ਗਾ ਰਹੇ ਨੇ ਜਿਹਨੂੰ ਸਿਰਫ ਬਰਾਈ ਤੇ ਰੱਬ ਹੀ ਸਮਝ ਸਕਦਾ ਹੈ। And because they have gone through so many tribulations, so much hard times to make it to there, only God can understand with such a thunder and shouting, they are singing that with all their heart. ਆਓ ਦੇਖੀਏ ਰੈਵਲੇਸ਼ਨ 5:9 ਹੁਣ ਆਪਾਂ ਜਿਹੜਾ ਚਰਚ ਹੈਗਾ ਉਹਦੇ ਵੀ ਗੀਤ ਨਜ਼ਰ ਆਏਗਾ ਆਪਾਂ। Now we're going to see in the book of Revelation chapter 5 verse 9, we're going to see the song of the church now. ਜੀ ਹਾਂ।
ਉਹ ਨਵਾਂ ਭਜਨ ਗਾ ਰਹੇ ਸਨ, ਤੂੰ ਪੁਸਤਕ ਨੂੰ ਖੋਲ੍ਹਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ, ਕਿਉਂਕਿ ਤੂੰ ਕਤਲ ਕੀਤਾ ਗਿਆ ਸੀ। ਤੂੰ ਆਪਣੀ ਮੌਤ ਦੇ ਦੁਆਰਾ ਪਰਮੇਸ਼ਰ ਦੇ ਲਈ ਹਰ ਕਬੀਲੇ, ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ। ਇਹ ਗੀਤ ਸੀਗਾ ਜਿਹੜਾ ਉਹ ਗਾ ਰਹੇ ਸਨ। And this is the, in chapter 5 verse 9 is actually written the song that the church was singing. ਆਮੇਨ। Amen. ਸੋ ਇਹ ਸ਼ਬਦਾਂ ਨੇ ਯਾਨੀ ਕਿ ਤੂੰ ਲਾਇਕ ਹੈ ਇਸ ਦੇ, ਉਹ ਪੂਰੇ ਦਿਲ ਦੇ ਨਾਲ ਗਾ ਰਹੇ ਨੇ। ਲੇਕਿਨ ਜਦੋਂ ਦੂਸਰਿਆਂ ਦਾ ਗੀਤ ਨਜ਼ਰ ਆ ਰਿਹਾ, ਉੱਥੇ ਸਿਰਫ ਦੱਸਿਆ ਕਿ ਇੱਕ ਖੜਕਾ ਨਜ਼ਰ ਸੁਣ ਰਿਹਾ ਸੀ ਉਹਨਾਂ ਨੂੰ, ਇੱਕ ਬਹੁਤ ਸ਼ੋਰ, ਜਿੱਦਾਂ ਪਾਣੀਆਂ ਦਾ ਸ਼ੋਰ ਹੁੰਦਾ, ਹਜ਼ਾਰਾਂ ਪਾਣੀਆਂ ਦਾ ਸ਼ੋਰ ਹੁੰਦਾ, ਸਿਰਫ ਉਹੀ ਸੁਣ ਰਿਹਾ ਸੀ। And here the church's song is like that you're worthy to take the scroll and to open its seal and so on. The song is being written here. But on the other side, that other song, it was you can only hear the sounds of the waters or thunder. That's all what you could hear. ਇੱਕ ਹੋਰ ਚੀਜ਼ ਜਿਹਨੂੰ ਆਪਾਂ ਨੂੰ ਨਜ਼ਰ ਆਉਂਦੀ ਹੈਗੀ ਆ ਇਹਨਾਂ ਦੇ ਵਿੱਚ, ਜਿਹੜੀ ਖਾਸੀਅਤ ਇੱਕ ਹੋਰ ਨਜ਼ਰ ਆਉਂਦੀ ਹੈ, ਉਹ ਹੈਗਾ ਕਿ ਇਹ ਬਿਲਕੁਲ ਕਹਿ ਲਓ ਕਿ ਵਿਰਜਨ ਹੈਗੇ ਨੇ, ਇਹਨਾਂ ਨੇ ਕਿਸੇ ਵੀ ਔਰਤ ਨੂੰ ਨਹੀਂ ਜਾਣਿਆ। And the other thing we see that they are virgin, that they do not know a woman. ਤੇ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਗਾਹਾਂ ਨਜ਼ਰ ਆਉਂਦੀ ਹੈ ਗੱਲ ਇਹਨਾਂ ਦੇ ਵਿੱਚ, ਕਿ ਇਹਨਾਂ ਦੇ ਮੂੰਹ ਦੇ ਵਿੱਚ ਕੋਈ ਝੂਠ ਨਹੀਂ ਗਾ। And the other thing we see that they have no lies on their lips. ਨਾ ਹੀ ਇਹਨਾਂ ਨੇ ਕਿਸੇ ਝੂਠ ਦਾ ਸਾਥ ਦਿੱਤਾ ਆ। And they never went with a lie or supported other lies. ਕਿਉਂਕਿ ਜਦੋਂ ਐਂਟੀ ਕ੍ਰਾਈਸਟ ਆ ਜਾਵੇਗਾ ਤੇ ਜਦੋਂ ਫਾਲਸ ਪ੍ਰੋਫਿਟ ਆ ਜਾਵੇਗਾ ਤੇ ਬੀਸਟ ਆ ਜਾਵੇਗਾ 7.5 ਸਾਲਾਂ ਦੇ ਪਹਿਲੇ ਹਿੱਸੇ ਦੇ ਵਿੱਚ, ਤੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੇਗਾ। ਲੇਕਿਨ ਇਹਨਾਂ ਦਾ ਈਮਾਨ ਇੰਨਾ ਸਟਰੋਂਗ ਹੋਵੇਗਾ, ਇਹ ਉਹਦੇ ਝੂਠ ਦੇ ਥੱਲੇ ਨਹੀਂ ਆਣਗੇ, ਸੱਚ ਤੇ ਚੱਲਣਗੇ, ਸੱਚ ਪ੍ਰਚਾਰ ਕਰਨਗੇ। And when the Antichrist will come or the beast will come, but these people will be the first part of the 7 years, but Antichrist will try to destroy them or try to trick them in different ways, but these 144,000 will not be tricked by the Antichrist. ਜਦੋਂ ਇਹ ਚੱਕੇ ਜਾਣਗੇ, When they will be raptured, ਹੁਣ ਤੁਸੀਂ ਸੋਚ ਰਹੇ ਹੋਗੇ ਬਸ ਜੇ ਉਹਨਾਂ ਚੱਕੇ ਜਾਣਗੇ, ਉਸ ਤੋਂ ਬਾਅਦ ਗਾਹਾਂ ਕੌਣ ਪ੍ਰਚਾਰ ਕਰੇਗਾ? and you're probably thinking that when these guys will be raptured, then who's going to continue preaching? ਹੁਣ ਆਪਾਂ ਨੂੰ ਪਤਾ ਹੈਗਾ ਕਿ ਗਾਹਾਂ ਜਾ ਕੇ ਪ੍ਰਭੂ ਤੇ ਪੈਣੋਂ ਪਰਮੇਸ਼ਰ ਦਾ ਵਚਨ ਕਰਨਾ ਹੈ ਕਿ ਮੂਸਾ ਤੇ ਏਲੀਜਾ ਨੇ ਵੀ ਆਣਾ ਆ। And as the word of God says that Moses and Elijah will also come after. ਨਾਲੇ ਆਪਾਂ ਨੂੰ ਇਹ ਵੀ ਪਤਾ ਹੈਗਾ ਆ ਪ੍ਰਭੂ ਤੇ ਪੈਣੋਂ ਕਿ ਜੋ ਮੂਸਾ ਤੇ ਏਲੀਜਾ ਨੇ ਪ੍ਰਚਾਰ ਕਰਨਾ ਆ ਇਹ 7 ਸਾਲਾਂ ਦੇ ਵਿੱਚ। And we know that Moses and Elijah will also preach in these 7 years. ਲੇਕਿਨ ਇਹਨਾਂ 7 ਸਾਲਾਂ ਦੇ ਵਿੱਚ ਐਂਜਲਸ ਨੇ ਵੀ ਪ੍ਰੀਚ ਕਰਨਾ ਆ। And even angels are going to be preaching in those 7 years. ਪ੍ਰਭੂ ਤੇ ਪੈਣੋਂ ਜਦੋਂ ਇਹ 144,000 ਚੱਕੇ ਗਏ, When these 144,000 will be lifted up, ਉਦੋਂ ਐਂਜਲਸ ਨੇ ਆ ਕੇ ਸਾਰੀ ਦੁਨੀਆ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਾ ਪਰਮੇਸ਼ਰ ਦਾ ਗੋਸਪਲ। at that time the angels will be preaching the gospel of the Lord to all the people. ਜਿਸ ਤਰ੍ਹਾਂ ਤੁਸੀਂ ਰੈਵਲੇਸ਼ਨ ਚੈਪਟਰ 14 ਵਰਸ 6 ਦੇਖੋ, ਵਰਸ 5 ਦੇ ਵਿੱਚ ਚੱਕੇ ਜਾਂਦੇ ਨੇ, ਵਰਸ 4-5 ਚ ਚੱਕੇ ਜਾਂਦੇ ਨੇ, ਲੇਕਿਨ ਵਰਸ 6 ਦੇਖੋ ਤੇ ਧਿਆਨ ਦੇ ਨਾਲ। And we're going to see what happens in Revelation chapter 14 verse 6. ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਆਕਾਸ਼ ਦੇ ਵਿਚਕਾਰ ਉੱਡਦੇ ਦੇਖਿਆ। ਉਸ ਦੇ ਕੋਲ ਦੱਸਣ ਲਈ ਸਭ ਧਰਤੀ ਵਾਸੀਆਂ ਲਈ, ਅਰਥਾਤ ਹਰ ਕੌਮ, ਕਬੀਲੇ, ਬੋਲੀ ਅਤੇ ਰਾਸ਼ਟਰ ਲਈ ਇੱਕ ਅਨੰਤ ਸ਼ੁਭ ਸਮਾਚਾਰ ਸੀ। ਹੁਣ ਇਹ ਸ਼ੁਭ ਸਮਾਚਾਰ ਉਸ ਸਮੇਂ ਦੂਤ ਵੀ ਦੇਣਗੇ ਸਾਰੀ ਦੁਨੀਆ ਨੂੰ। And at this good news, even the angels will be preaching, proclaiming the word of God. ਪ੍ਰਭੂ ਤੇ ਭੈਣੋ, ਜਿਹੜਾ ਸਮਾਂ ਆਪਾਂ ਸਹਿ ਰਹੇ ਹਾਂ, ਜਿਹੜੇ ਸਮੇਂ ਦੇ ਵਿੱਚੋਂ ਦੀ ਆਪਾਂ ਨਿਕਲ ਰਹੇ ਹਾਂ, ਇਹ ਬਹੁਤ ਨਾਜ਼ੁਕ ਸਮਾਂ ਆ ਤੇ ਬਹੁਤ ਹੀ ਛੇਤੀ ਪ੍ਰਭੂ ਯਿਸੂ ਮਸੀਹ ਜੀ ਦਾ ਆਉਣਾ ਹੋਵੇਗਾ। And brothers and sisters, this time that we are going through, it's very critical, and very soon our Lord Jesus Christ will be coming for ਜਦੋਂ us. ਆਪਾਂ ਚੱਕੇ ਗਏ, When the rapture will take place, ਐਂਟੀ ਕ੍ਰਾਈਸਟ ਨੇ ਆ ਜਾਣਾ ਇਸ ਧਰਤੀ ਤੇ। and then Antichrist will come on ਵਚਨ us. ਆਖਦਾ ਹੈ ਕਿ ਉਹ ਹੁਣੀ ਇਸ ਧਰਤੀ ਤੇ ਹੈ। And the word says that the Antichrist is here already. ਉਹਨੇ ਸਾਰੀਆਂ ਕੌਮਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨੀ ਆ, ਤੇ ਵਚਨ ਇਹ ਵੀ ਕਹਿੰਦਾ ਹੈ ਕਿ ਇਹ ਜਦੋਂ ਰੈਪਚਰ ਹੋਏਗੀ ਉਦੋਂ ਲੜਾਈਆਂ ਦੇ ਬਹੁਤ ਹੋਣਗੇ, ਵੀ ਲੜਾਈ ਲੱਗਣ ਜਾ ਰਹੀ ਆ। And he will try to gather a whole bunch of nations together. And also the word of God says that the wars will be happening and rumors of the wars will be happening. ਪ੍ਰਭੂ ਤੇ ਭੈਣੋ, ਇਹ ਸਮਾਂ ਆ ਕਿ ਆਪਾਂ ਪ੍ਰਭੂ ਯਿਸੂ ਨੂੰ ਫੜ ਲਈਏ।
Brothers and sisters, this is the time that we should get hold of Lord Jesus ये tightly. समय है कि ਆਪਾਂ ਪੂਰੇ ਦਿਲੋਂ ਤੌਬਾ ਕਰੀਏ And this is the time when we have to repent from all our heart. ਸ਼ਾਇਦ ਤੁਸੀਂ ਕਹੋ ਨਹੀਂ ਪਾਸਟਰ ਜੀ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਲਿਖੀਆਂ ਹੋਈਆਂ ਬਾਈਬਲ ਵਿੱਚ ਇਹ ਤਾਂ ਇਦਾਂ ਲਿਖੀਆਂ ਪੂਰੀਆਂ ਹੋਣੀਆਂ ਨੇ ਕਦੇ ਸੋਚਿਆ ਸੀਗਾ ਪ੍ਰਭੂ ਦੇ ਕਿ ਸਾਰੀ ਦੁਨੀਆ ਤੇ ਕਿਸ ਕਸ਼ਟ ਆ ਸਕਦਾ ਆ ਐਸੀ ਵਾਇਰਸ ਆ ਸਕਦੇ ਜਿਹੜੀ ਸਾਰੀ ਦੁਨੀਆ ਨੂੰ ਪਰੇਸ਼ਾਨ ਕਰੇਗੀ And maybe these things that they're written, they don't seem very real or true to you. But have we ever heard of this time, this pandemic time that we are going through? We never heard of that in our life. ਮੇਰੇ ਨਾਲ ਪ੍ਰੇਰ ਕਰੋ Let's pray all together. ਪਰਮੇਸ਼ਰ ਪਿਤਾ Lord Father, ਅਸੀਂ ਤੁਹਾਡੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ we want to thank you for your word. ਤੁਹਾਡਾ ਵਚਨ ਸਾਡੀ ਸ਼ਕਤੀ ਹੈ Your word is our power. ਤੁਹਾਡਾ ਵਚਨ ਸਾਡੇ ਮਨ ਨੂੰ ਤਕੜਾ ਕਰਦਾ ਹੈ Your word strengthens our faith. ਪ੍ਰਭੂ ਜੀ ਅੱਜ ਇੱਕ ਵਾਰ ਫੇਰ ਅਸੀਂ ਤੋਬਾ ਕਰਨਾ ਚਾਹੁੰਦੇ ਹਾਂ And once again, we want to repent, Lord. ਮਾਫੀ ਮੰਗਣਾ ਚਾਹੁੰਦੇ ਹਾਂ We want to ask for forgiveness. ਪ੍ਰਭੂ ਜੀ Lord, ਸਾਨੂੰ ਮਾਫ ਕਰੋ forgive us, please. ਸਾਡੇ ਤੇ ਤਰਸ ਕਰੋ Please have mercy ਕਿਰਪਾ on ਕਰੋ। us. Have ਸਾਡੀ ਮਦਦ ਕਰੋ। grace. With grace and mercy, ਤਾਂ please ਕਿ help us. ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਨਿਕਲ ਕੇ So that we can come out of our weaknesses ਤੁਹਾਡੇ ਪਿੱਛੇ ਆ ਸਕੀਏ and follow you. ਪਵਿੱਤਰ ਆਤਮਾ ਜੀ Holy Spirit, ਸਾਡੀ ਮਦਦ ਕਰੋ please help us. ਧੰਨਵਾਦ ਕਰਦੇ ਹਾਂ ਤੁਹਾਡੇ ਵਚਨ ਦੇ ਲਈ We want to thank you for your word, ਕਿ ਤੁਹਾਡੇ ਪਵਿੱਤਰ ਆਤਮਾ that Holy Spirit ਇਹਨਾਂ ਵਚਨਾਂ ਨੂੰ ਸਾਡੇ ਵਿੱਚ ਤਕੜਾ ਕਰੇ will strengthen this word of God in us. ਯਿਸੂ ਨਾਮ ਦੇ ਵਿੱਚ In the name of Jesus, ਮੈਂ ਹਰ ਬਿਮਾਰੀ ਨੂੰ ਤੋੜਦਾ ਹਾਂ I bound every sickness, ਹਰ ਕਮਜ਼ੋਰੀ ਟੁੱਟ ਜਾਵੇ every weakness be broken, ਹਰ ਤਰ੍ਹਾਂ ਦੀ ਐਡਿਕਸ਼ਨ ਟੁੱਟ ਜਾਵੇ every addiction be ਹਰ broken, ਤਰ੍ਹਾਂ ਦੀ ਇਸ ਸਿਚੁਏਸ਼ਨ ਡਿਸਟਰੋਏ ਹੋ ਜਾਵੇ every situation that is coming against us be destroyed. ਪ੍ਰਭੂ ਜੀ ਮੈਂ ਆਪਣੇ ਭੈਣ ਭਰਾਵਾਂ ਦੇ ਪੈਸੇ ਲਈ ਦੁਆ ਕਰਦਾ ਉਹਨਾਂ ਦੇ ਕੰਮਾਂ ਲਈ ਦੁਆ ਕਰਦਾ ਯਿਸੂ ਨਾਮ ਦੇ ਵਿੱਚ And Lord, I pray for my brothers and sisters' finances, their jobs, ਮੈਂ ਉਹਨਾਂ ਦੇ ਬੱਚਿਆਂ ਲਈ ਦੁਆ ਕਰਦਾ and I pray for their children, ਮੈਂ ਉਹਨਾਂ ਦੀ ਸਰੀਰਕ ਸਿਹਤ ਵਾਸਤੇ ਦੁਆ ਕਰਦਾ and I pray for their good health. ਸਭ ਤੋਂ ਵੱਧ ਕੇ More than anything, ਮੈਂ ਤੁਹਾਡੀ ਸ਼ਾਂਤੀ ਲਈ ਦੁਆ ਕਰਦਾ I pray for your peace in them. ਯਿਸੂ ਨਾਮ ਦੇ ਵਿੱਚ In the name of Jesus. ਆਮੀਨ Amen. ਆਮੀਨ Amen. ਆਮੀਨ Amen. ਬਣੇ ਰਹੋ Stay strong ਪ੍ਰਭੂ ਯਿਸੂ ਦੇ ਵਿੱਚ in the name of Jesus. ਗॉड ਬlesਸ ਯੂ God bless you, everyone. ਆਮੀਨ Amen.